आप लिहो तुम कथा सुधारी। सतनाम श्री वाहिगुरु साहिब जी। द्वितीय पदार्थ गुर इत नामा। श्रुत सिमरत भाख्यो परधामा। जा सम अवर न जग मह कोउ। सो गुरदेव समरथ प्रभ ओउ। वाहिगुरु जी का खालसा वाहिगुरु जी की फतेह। गुरु की साजी नवाजी होई परम सन्मान जोग गुरु खालसा साध संगत जी। आप जी अत्यंत ਵੱਡੇ ਭਾਗਾਂ ਵਾਲੇ ਹੋ ਜੋ ਕਿ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਔਰ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਵੀਕਐਂਡ ਦਾ ਸੰਧਿਆ ਦਾ ਦੀਵਾਨ ਹੈ। ਇਸ ਦੀਵਾਨ ਵਿੱਚ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵੀ ਹੁੰਦੇ ਹਨ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਦੇ ਕੀਰਤਨ ਆਪ ਜੀ ਨੇ ਆਨੰਦ ਮਾਣਿਆ ਹੈ। ਹੁਣ ਗੁਰੂ ਰੂਪ ਸਾਧ ਸੰਗਤ ਜੀ ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਾਂਸ਼ੀ ਗਏ ਹਨ ਔਰ ਕਾਂਸ਼ੀ ਵਿੱਚ ਜਾ ਕੇ ਉੱਥੋਂ ਦੇ ਪੰਡਤਾਂ ਨੂੰ ਉਪਦੇਸ਼ ਦਿੱਤਾ ਹੈ ਕਿ ਕਾਂਸ਼ੀ ਦਾ ਰਾਜਾ ਵੀ ਭਾਈ ਸਾਹਿਬ ਦਾ ਸੇਵਕ ਬਣ ਗਿਆ, ਸਿੱਖ ਬਣ ਗਿਆ। ਹਜ਼ਾਰਾਂ ਦੀ ਤਾਦਾਦ ਵਿੱਚ ਪੰਡਤ ਵੀ ਭਾਈ ਸਾਹਿਬ ਦੇ ਸ਼ਰਧਾਲੂ ਬਣ ਗਏ। ਕਾਂਸ਼ੀ ਵਿੱਚ ਹਰ ਇੱਕ ਜਾਤੀ ਦਾ ਵਰਗ ਦਾ ਇਨਸਾਨ ਗੁਰੂ ਦਾ ਸਿੱਖ ਬਣ 'ਚ ਆਪਣਾ ਅਹੋ ਭਾਗ ਸਮਝਦਾ ਸੀ, ਧੰਨ ਭਾਗ ਸਮਝਦਾ ਸੀ। ਜਦੋਂ ਰਾਜਾ ਵੀ ਸਿੱਖ ਬਣ ਗਿਆ ਤੇ ਪ੍ਰਜਾ ਤਾਂ ਆਪੇ ਹੀ ਬਣਨੀ ਹੈ। ਜਥਾ ਰਾਜਾ ਤਥਾ ਪ੍ਰਜਾ। ਜਿਹੋ ਜਿਹਾ ਰਾਜਾ ਹੋਵੇਗਾ ਉਹੋ ਜਿਹੀ ਪ੍ਰਜਾ ਹੋਵੇਗੀ। ਜਿਹੜੇ ਧਰਮ ਨੂੰ ਰਾਜਾ ਮੰਨੇਗਾ ਉਸੇ ਧਰਮ ਨੂੰ ਲੋਕ ਮੰਨਣ ਲੱਗ ਜਾਂਦੇ ਆ। ਇਹ ਕਿਸੇ ਵੀ ਧਰਮ ਦੇ ਵਾਧੇ ਵਾਸਤੇ ਇਹ ਹੁੰਦਾ ਵੀ ਜੇ ਉਸ ਰਾਜੇ ਦਾ ਮੁਲਕ ਬਣ ਗਿਆ, ਉਹ ਰਾਜਾ ਬਣ ਗਿਆ, ਉਸ ਦੇ ਰਾਜੇ ਦੇ ਧਰਮ ਨੂੰ ਦੂਜੇ ਲੋਕ ਕਹਿਣਗੇ ਵੀ ਦੇਖੋ ਰਾਜਾ ਵੀ ਮੰਨਦਾ, ਆਪਾਂ ਵੀ ਮੰਨੀਏ। ਇੱਦਾਂ ਰਾਜੇ ਕਰਕੇ ਬਹੁਤ ਸਾਰੇ ਸ਼ਰਧਾਲੂ ਹੋਰ ਬਣ ਗਏ। ਪਰ ਕਾਂਸ਼ੀ ਦੇ ਕੁਝ ਪੰਡਤ ਜਿਹੜੇ ਸ਼ੰਕਾ ਲੈ ਕੇ ਆਏ, ਉਹਨਾਂ ਨੇ ਭਾਈ ਸਾਹਿਬ ਨੂੰ ਨਮਸਕਾਰ ਕੀਤੀ। ਅੱਜ ਕੱਲ੍ਹ ਉਸ ਜਗ੍ਹਾ 'ਤੇ ਗੁਰਦੁਆਰਾ ਚੇਤਨ ਮੱਠ ਹੈ ਕਾਂਸ਼ੀ ਦੇ ਵਿੱਚ, ਜਿੱਥੇ ਭਾਈ ਗੁਰਦਾਸ ਜੀ ਠਹਿਰੇ ਸਨ। ਬਾਅਦ ਵਿੱਚ 10ਵੇਂ ਪਾਤਸ਼ਾਹ ਜੀ ਨੇ 5 ਮਹਾਂਪੁਰਸ਼ ਨਿਰਮਲੇ ਸਾਧੂ ਵੀ ਉੱਥੇ ਹੀ ਭੇਜੇ ਸਨ। ਸੋ ਉਹ ਜਿਹੜਾ ਚੇਤਨ ਮੱਠ ਸਥਾਨ ਹੈ ਉੱਥੇ ਚਰਚਾ ਚੱਲ ਰਹੀ। ਪੰਡਤਾਂ ਨੇ 3 ਸਵਾਲ ਮੁੱਖ ਜਿਹੜੇ ਹਨ ਸਿੱਖ ਧਰਮ ਦੇ ਮੁੱਢਲੇ ਅਸੂਲਾਂ 'ਤੇ ਕੀਤੇ ਹਨ। ਇੱਕ ਸਵਾਲ ਇਹ ਕੀਤਾ ਵੀ ਜੋ ਵਾਹਿਗੁਰੂ ਮੰਤਰ ਹੈ ਇਹ ਵੇਦ ਅਨੁਸਾਰ ਹੀ ਨਹੀਂ ਹੈ। ਇਸ ਮੰਤਰ ਦੀ ਕੀ ਲੋੜ ਹੈ ਜਦੋਂ ਕਿ ਗਾਇਤਰੀ ਮੰਤਰ ਪਹਿਲਾਂ ਹੀ ਮੌਜੂਦ ਹੈ? ਤਾਂ ਪਹਿਲੇ ਗਾਇਤਰੀ ਮੰਤਰ ਨੂੰ ਛੱਡ ਕੇ ਨਵਾਂ ਮੰਤਰ ਬਣਾਉਣ ਦੀ ਕੀ ਲੋੜ ਹੈ? ਸਾਨੂੰ ਵਾਹਿਗੁਰੂ ਮੰਤਰ ਦੇ ਅਰਥ ਸਮਝਾਓ। ਦੂਸਰਾ ਸਵਾਲ ਇਹ ਹੈ ਵੀ 4 ਵੇਦ 6 ਸ਼ਾਸਤਰ 27 ਸਿਮਰਤੀਆਂ ਤੇ 18 ਪੁਰਾਣ, ਇਤਨੇ ਵੱਡੇ ਵੱਡੇ ਧਰਮ ਗ੍ਰੰਥ ਮੌਜੂਦ ਹਨ। ਫਿਰ ਆਪਣਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਕੀ ਲੋੜ ਹੈ? ਔਰ ਤੀਸਰਾ ਇਹ ਹੈ ਵੀ 68 ਤੀਰਥ ਹਨ। ਗੰਗਾ, ਜਮਨਾ, ਗੋਦਾਵਰੀ, ਨਰਮਦਾ ਆਦਿਕ ਪਵਿੱਤਰ ਨਦੀਆਂ ਹਨ। ਸਾਰੇ ਤੀਰਥਾਂ ਨੂੰ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਬਣਾਉਣ ਦੀ ਕੀ ਲੋੜ ਹੈ? ਇਹ ਤਿੰਨਾਂ ਨੂੰ ਤੁਸੀਂ ਸਿੱਧ ਕਰੋ ਵੀ ਇਹ ਪ੍ਰਮਾਣਿਕ ਹਨ ਜਾਂ ਆਪਣੀ ਕਲਪਨਾ ਨਾਲ ਤੁਸੀਂ ਮੰਨ ਲਏ ਹਨ। ਹੁਣ ਅੱਗੇ ਬੈਠੇ ਸੀ ਮਹਾਂ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ। ਉਹ ਤਾਂ ਵਾਲ ਦੀ ਖੱਲ ਲਾਹ ਦਿੰਦੇ ਆ। ਉਹਨਾਂ ਨੇ ਪੰਡਤਾਂ ਦੇ ਸ਼ੰਕੇ ਸੁਣ ਕੇ ਜੋ ਉੱਤਰ ਦਿੱਤੇ ਹਨ ਉਹ ਆਪਾਂ ਸਰਵਣ ਕਰੀਏ। ਭਾਈ ਸਾਹਿਬ ਜੀ ਨੇ ਪਹਿਲਾਂ ਵਾਹਿਗੁਰੂ ਪਦ ਦੇ ਉੱਤੇ ਜ਼ੋਰ ਦਿੱਤਾ ਕਿਉਂਕਿ ਸਿੱਖੀ ਦਾ ਮੂਲ ਬੇਸ ਜਿਹੜਾ ਉਹ ਵਾਹਿਗੁਰੂ ਪਦ ਹੈ। ਜੇ ਵਾਹਿਗੁਰੂ ਪਦ ਦਾ ਜਾਪ ਕਰੇਗਾ ਤੇ ਉਹ ਸਿੱਖ ਬਣੇਗਾ ਤੇ ਉਹ ਪ੍ਰਮਾਤਮਾ ਤੱਕ ਪਹੁੰਚੇਗਾ। ਜੇ ਉਹ ਕਹੇ ਵੀ ਮੈਂ ਵਾਹਿਗੁਰੂ ਮੰਤਰ ਦੇ ਜਹਾਜ਼ 'ਤੇ ਚੜ੍ਹਨਾ ਹੀ ਨਹੀਂ, ਭਾਵ ਵਾਹਿਗੁਰੂ ਜਪਣਾ ਹੀ ਨਹੀਂ,
ਤੇ ਮੈਂ ਪਹੁੰਚ ਜਾਵਾਂਗਾ ਕਿਤੇ। ਉਹ ਸਾਧ ਸੰਗਤ ਜੀ, ਉਹ ਤਾਂ ਜਿਵੇਂ ਜਹਾਜ਼ ਤੋਂ ਬਿਨਾਂ ਤੇ ਆਪਾਂ ਇੰਡੀਆ ਪੰਜਾਬ ਨਹੀਂ ਜਾ ਸਕਦੇ, ਇੱਥੋਂ ਜਹਾਜ਼ ਵਿੱਚ ਹੀ ਬਹਿ ਕੇ ਜਾਣਾ ਪੈਂਦਾ। ਦੱਸੋ ਬੰਦਾ ਕਿੱਥੇ ਜਾਏਗਾ ਜੇ ਜਹਾਜ਼ ਤੇ ਬੈਠਾ ਹੀ ਨਹੀਂ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਸ਼ਰਤ ਹੈ ਜਿਹੜਾ ਚੜ੍ਹੇਗਾ। ਜਿਹਨੇ ਕਦੀ ਵਾਹਿਗੁਰੂ ਆਖਿਆ ਨਹੀਂ ਮੂੰਹ ਤੋਂ ਭਾਵਨਾ ਨਾਲ, ਉਹਦੀ ਗੱਲ ਨਹੀਂ ਬਣਨੀ। ਤੋ ਮੂਲ ਹੈ, ਮੁੱਢ ਹੈ ਸਿੱਖੀ ਦਾ, ਬੇਸ ਹੈ ਵਾਹਿਗੁਰੂ ਮੰਤਰ। ਦੂਸਰਾ ਸਿੱਖੀ ਦਾ ਵੱਡਾ ਥੰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਤੀਸਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ। ਇਹ ਸਾਡਾ ਧੁਰਵਾ ਹਨ, ਮੂਲ ਹਨ। ਪਹਿਲੀ ਚੀਜ਼ ਜਿਹੜੀ ਸਭ ਤੋਂ ਵੱਡੀ ਹੈ ਉਹ ਮੰਤਰ, ਗੁਰਮੰਤਰ ਵਾਹਿਗੁਰੂ ਹੈ। ਅਨਪੜ੍ਹ ਤੋਂ ਅਨਪੜ੍ਹ ਬੰਦਾ ਹੋਵੇ ਤੇ ਭਾਵੇਂ ਕੋਈ PhD ਕੀਤੀ ਹੋਵੇ, ਬੇੜਾ ਬੰਨੇ ਲੱਗੇਗਾ ਵਾਹਿਗੁਰੂ ਜਪ ਕੇ। ਇੱਥੋਂ ਤੁਸੀਂ ਪੰਜਾਬ ਜਾਣਾ, ਭਾਵੇਂ ਤੁਹਾਡੇ 'ਚ ਕੋਈ PhD ਬੈਠਾ, ਪ੍ਰੋਫੈਸਰ, ਡਾਕਟਰ, ਤੇ ਭਾਵੇਂ ਕੋਈ ਮੇਰੇ ਵਰਗਾ ਅਨਪੜ੍ਹ ਬੰਦਾ, ਜਾਣਾ ਜਹਾਜ਼ ਤੇ ਹੀ ਪੈਣਾ। ਆਖੋ ਸ੍ਰੀ ਵਾਹਿਗੁਰੂ। ਪੈਦਲ ਨਹੀਂ ਜਾ ਸਕਦੇ, ਸਮੁੰਦਰ ਹੈ ਰਸਤੇ 'ਚ। ਭਾਵੇਂ ਸ਼ਿਪ ਤੇ ਜਾਓ ਤੇ ਭਾਵੇਂ ਹਵਾਈ ਜਹਾਜ਼ ਤੇ ਜਾਓ। ਪਰਮਾਤਮਾ ਤੱਕ ਪੜ੍ਹਿਆ ਵੀ ਜਾਏਗਾ ਤੇ ਵਾਹਿਗੁਰੂ ਜਪ ਕੇ ਜਾਏਗਾ, ਅਨਪੜ੍ਹ ਵੀ ਜਾਏਗਾ ਤੇ ਵਾਹਿਗੁਰੂ ਜਪ ਕੇ ਜਾਏਗਾ। ਤੇ ਇਹਦਾ ਅਰਥ ਜਿਹੜਾ ਭਾਈ ਸਾਹਿਬ ਨੇ ਦੱਸਿਆ, ਵਾਹ ਨਾਮ ਅਸਚਰਜ ਕੋ ਹੋਈ। ਉਹ ਕਹਿੰਦੇ ਜਦੋਂ ਤੁਸੀਂ ਕੋਈ ਅਸਚਰਜ ਚੀਜ਼ ਦੇਖਦੇ ਹੋ, ਕੋਈ ਬੰਦਾ ਐਸੀ ਚੀਜ਼ ਦੇਖਦਾ ਹੈ, ਪਹਿਲੀ ਵਾਰ ਉਹ ਚੀਜ਼ ਸਾਹਮਣੇ ਆਉਂਦੀ ਹੈ ਤੇ ਉਹਦਾ ਪ੍ਰਭਾਵ ਇਤਨਾ ਪੈ ਜਾਂਦਾ ਹੈ ਤੇ ਉਹਦੇ ਮੂੰਹ ਤੋਂ ਆਪੇ ਹੀ ਇੱਕ ਸ਼ਬਦ ਨਿਕਲਦਾ, ਵਾਹ ਜੀ ਵਾਹ। ਕੋਈ ਫਿਲਮ ਵੇਖ ਲਈ, ਕੋਈ ਸੀਨ ਵੇਖ ਲਿਆ, ਕੋਈ ਜਾਦੂ ਵੇਖ ਲਿਆ, ਕਿਸੇ ਕਲਾਕਾਰ ਦੀ ਕੋਈ ਕਲਾਕ੍ਰਿਤੀ ਵੇਖ ਲਈ, ਕੋਈ ਤਸਵੀਰ ਦੇਖ ਲਈ, ਕੋਈ ਸ਼ਕਲ ਦੇਖ ਲਈ, ਜਿਹਨੂੰ ਪਹਿਲੀ ਵਾਰ ਦੇਖਿਆ ਹੋਵੇ ਤੇ ਬੰਦਾ ਹੈਰਾਨ ਹੋ ਜਾਵੇ ਤੇ ਉਹਦੇ ਮੂੰਹ ਤੋਂ ਅੰਗਰੇਜ਼ੀ ਵਾਲੇ ਵਾਹ ਕਹਿ ਦਿੰਦੇ ਤੇ ਪੰਜਾਬੀ ਵਾਲੇ ਵਾਹ ਜੀ ਵਾਹ ਕਹਿ ਦਿੰਦੇ। ਉਹਨੂੰ ਮੁਸਲਮਾਨ ਵੀਰ ਸੁਭਾਨ ਅੱਲਾ, ਸੁਭਾਨ ਅੱਲਾ ਇੱਦਾਂ ਕਹਿ ਦਿੰਦੇ। ਕਹਿੰਦੇ ਉਸ ਵਾਹਿਗੁਰੂ ਦੀਆਂ, ਪਰਮਾਤਮਾ ਦੀਆਂ ਗੁਪਤ ਖੇਡਾਂ ਨੂੰ, ਉਹਦੀ ਬਰੀਕ ਕਲਾ ਨੂੰ, ਸੂਖਸ਼ਮ ਕਲਾ ਨੂੰ ਜਦੋਂ ਗੁਰੂ ਨਾਨਕ ਸਾਹਿਬ ਵੇਖਦੇ ਨੇ ਤੇ ਉਹ ਕਹਿੰਦੇ ਨੇ, ਵਾਹੋ ਵਾਹੋ ਤਿਸਨੋ ਆਖੀਐ ਜੇ ਸੱਚਾ ਗੈਰ ਗੰਭੀਰ। ਵਾਹੋ ਵਾਹੋ ਤਿਸਨੋ ਆਖੀਐ ਜੇ ਗੁਣ ਦਾਤਾ ਮਤ ਧੀਰ। ਵਾਹੋ ਵਾਹੋ ਤਿਸਨੋ ਆਖੀਐ ਜੇ ਸਭ ਮੈਂ ਰਹਿਆ ਸਮਾਏ। ਵਾਹੋ ਵਾਹੋ ਤਿਸਨੋ ਆਖੀਐ ਜੇ ਦੇਂਦਾ ਰਿਜ਼ਕ ਸੰਭਾਹੇ। ਜਿਹੜਾ ਇੰਨੇ ਗੁਣਾਂ ਦਾ ਮਾਲਕ ਹੈ, ਉਸ ਨੂੰ ਵਾਹ 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 ਕਰੀ ਜਾਓ। ਵਾਹਿਗੁਰੂ ਦਾ ਪਹਿਲਾ ਹਿੱਸਾ ਵਾਹ। ਫਿਰ ਅੱਗੇ ਹੁਣ ਗੁਰੂ ਦੇ ਅਰਥ ਸ਼ੁਰੂ ਕਰਦੇ। ਅੱਜ ਆਪਾਂ ਗੁਰੂ ਦੇ ਸੁਣਨੇ ਆ। ਫਿਰ ਇਸ ਮੰਤਰ ਦਾ ਜੋ ਭਾਈ ਸਾਹਿਬ ਜੀ ਗੁਰਦਾਸ ਜੀ ਨੇ ਸਤੋਤਰ ਲਿਖਿਆ ਸੰਸਕ੍ਰਿਤ ਭਾਸ਼ਾ ਵਿੱਚ, ਕਿਉਂਕਿ ਪੰਡਿਤ ਕਾਂਸ਼ੀ ਦੇ ਜਿਹੜੇ ਨਾ, ਉਹ ਆਮ ਬੋਲੀ ਦੇ ਵਿੱਚ ਕੋਈ ਬਾਣੀ ਸੁਣਾਈਏ ਨਹੀਂ ਮੰਨਦੇ। ਉਹ ਕਹਿੰਦੇ ਸਾਨੂੰ ਸੰਸਕ੍ਰਿਤ ਵਿੱਚ ਸਮਝਾਓ। ਗੁਰੂ ਨਾਨਕ ਦੇਵ ਜੀ ਵੀ ਜਦੋਂ ਗਏ ਨੇ, ਉਹਨਾਂ ਨੂੰ ਬੇਨਤੀ ਕੀਤੀ ਪੰਡਤਾਂ ਨੇ, ਮਹਾਰਾਜ ਸਾਨੂੰ ਸੰਸਕ੍ਰਿਤ ਵਿੱਚ ਹੀ ਉਪਦੇਸ਼ ਦਿਓ। ਤਾਂ ਮਹਾਰਾਜ ਨੇ ਉੱਥੇ ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਬਿਭੂਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚਉ ਕਰਮੰ ਕਉ ਨਾਨਕ ਨਿਜਉ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ। ਉੱਥੇ ਉਸੇ ਬੋਲੀ 'ਚ ਉਪਦੇਸ਼ ਦਿੱਤਾ। ਮਹਾਰਾਜ ਗੁਰੂ ਨਾਨਕ ਸਾਹਿਬ ਜਿਹੜੇ ਦੇਸ਼ ਜਾਂਦੇ ਸਨ, ਉੱਥੋਂ ਦੀ ਬੋਲੀ 'ਚ ਉਪਦੇਸ਼ ਦਿੰਦੇ ਸੀ। ਜੇ ਮਹਾਰਾਜ ਨੂੰ ਫਾਰਸੀ 'ਚ ਈਰਾਨ ਦੇ ਲੋਕ ਮਿਲੇ ਤੇ ਉਹਨਾਂ ਨੂੰ ਵੀ ਕਹਿਤਾ, ਯਾ ਕਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਜੇ ਕੋਈ ਅਰਬੀ ਬੋਲਣ ਵਾਲਾ ਤੇ ਉਹਨੂੰ ਅਰਬੀ 'ਚ ਉਪਦੇਸ਼ ਦਿੱਤਾ। ਜੇ ਕੋਈ ਸਾਧ ਸੰਗਤ ਜੀ ਰਾਜਸਥਾਨ ਦਾ ਆ ਗਿਆ ਤੇ ਉਹਨੂੰ ਮਹਾਰਾਜ ਕਹਿੰਦੇ, ਗਰਭ ਗਹਿ ਲੜੋ ਮੂੜੜੋ ਹੀਓ ਰੇ ਹੀਓ ਮੈਂ ਰਾਜਰੀ ਮਾਇਓ ਨੀਰ ਨਾਈ ਮੋਹ ਫਾਂਕਿਓ ਰੇ ਘਣੋ 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 ਸਦ ਲੋੜ ਹੈ ਬਿਨ ਲੈਣੇ ਕੈਠ ਹੈ ਪਾਇਓ ਰੇ। ਦੱਸੋ ਕਿਹੜੇ ਦੇਸ਼ ਦੀ ਬੋਲੀ ਜਿਹੜੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਹੈ? ਸਾਰੀ ਦੁਨੀਆ ਦੀ। ਅੰਗਰੇਜ਼ੀ ਵੀ ਹੈ। ਅੰਧਾ ਕਿਸ ਨੂੰ ਬੁੱਕ ਸੁਣਾਵੇ। ਹੁਣ ਬੁੱਕ ਅੰਗਰੇਜ਼ੀ ਦਾ ਸ਼ਬਦ ਹੈ। ਤੂੰ ਮੇਰਾ ਗੁਰ ਹਾਈ, ਹਾਈ ਮੈਨੇ ਉੱਚਾ। ਇੱਦਾਂ ਹੋਰ ਬੜੇ
ਸ਼ਬਦ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਸਾਰੀਆਂ ਬੋਲੀਆਂ ਦੇ। ਮਹਾਰਾਜ ਸੰਸਕ੍ਰਿਤ 'ਚ ਉਪਦੇਸ਼ ਦਿੱਤਾ ਪੰਡਤਾਂ ਨੂੰ। ਭਾਈ ਗੁਰਦਾਸ ਸਾਹਿਬ ਜੀ ਪੰਡਤਾਂ ਨੂੰ ਉਪਦੇਸ਼ ਦੇ ਰਹੇ ਨੇ, ਵਾਹਿਗੁਰੂ ਮੰਤਰ ਦੇ ਅਰਥ ਸਮਝਾ ਰਹੇ ਨੇ, ਬੜੇ ਡੂੰਘੇ ਨੇ। ਅੱਜ ਦੀ ਕਥਾ ਥੋੜ੍ਹੀ ਡੂੰਘੀ ਹੈ, ਜੇ ਨਾ ਵੀ ਸਮਝ ਆਵੇ ਤਾਂ ਵੀ ਸੁਣਨ ਦਾ ਪਹਿਲੀ ਵਾਰ ਲਾਭ ਹੁੰਦਾ। ਜਦੋਂ ਦੂਜੀ ਵਾਰੀ ਸੁਣੀਦਾ ਫਿਰ ਥੋੜ੍ਹੀ ਜ਼ਿਆਦਾ ਸਮਝ ਆਉਂਦੀ ਹੈ, ਤੀਜੀ ਵਾਰੀ ਫਿਰ ਹੋਰ। ਸਾਧ ਸੰਗਤ ਜੀ, ਪਹਿਲੇ ਦਿਨ ਹੀ ਕੋਈ ਮਾਸਟਰ ਨਹੀਂ ਬਣ ਜਾਂਦਾ, ਇਹ ਹੌਲੇ ਹੌਲੇ ਹੀ। ਸੋ ਡੂੰਘੀਆਂ ਗੱਲਾਂ ਸਤਿਗੁਰੂ ਨਾਨਕ ਦੇਵ ਜੀ ਦੀਆਂ ਭਾਈ ਗੁਰਦਾਸ ਜੀ ਸੌਖਾ ਕਰਕੇ ਦੱਸ ਰਹੇ ਨੇ। ਉਹਨਾਂ ਦੇ ਚਰਨਾਂ 'ਚ ਸੁਰਤੀ ਜੋੜੀਏ ਤੇ ਆਪਣੇ ਮਨ ਨੂੰ ਕਾਸ਼ੀ ਚੇਤਨ ਮੱਠ ਲੈ ਚਲੀਏ, ਜਿੱਥੇ ਇਹ ਕਥਾ ਹੋ ਰਹੀ ਹੈ। ਬੜੇ ਬੜੇ ਵਿਦਵਾਨ ਧੁਰੰਤਰ ਜਿਹੜੇ ਵਾਲ ਦੀ ਖੱਲ ਲਾਹ ਲੈਂਦੇ ਆ, ਇੰਨੇ ਉਹਨਾਂ ਦੇ ਸਾਹਮਣੇ ਬੋਲਣਾ ਮੁਸ਼ਕਿਲ ਹੈ। ਪਰ ਭਾਈ ਗੁਰਦਾਸ ਜੀ ਉਹਨਾਂ ਦੀ ਜ਼ੁਬਾਨ ਬੰਦ ਕਰਾ ਦਿੱਤੀ ਹੈ। ਇਹੋ ਜਿਹੇ ਤਰੀਕੇ ਨਾਲ ਉਪਦੇਸ਼ ਦਿੱਤਾ। ਕਿੱਡੇ ਵੱਡੇ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਏ ਆ। ਸੋ ਆਓ ਆਪਾਂ ਪ੍ਰੇਮ ਨਾਲ ਸਰਵਣ ਕਰੀਏ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਤਿਆ ਪਦਾਰਥ ਗੁਰ ਇਤਨਾਮਾ। ਕਹਿੰਦੇ ਦੂਜਾ ਪਦ ਹੈ ਗੁਰ, ਵਾਹਿਗੁਰੂ, ਵਾਹਿਗੁਰੂ। ਪਹਿਲਾਂ ਵਾਹੇ ਦਾ ਸਤਾਮ ਅਰਥ ਕੀਤਾ ਵੀ ਜੋ ਅਸਚਰਜ ਹੋਵੇ, ਜਿਸ ਨੂੰ ਦੇਖ ਕੇ ਮੂੰਹ ਤੋਂ ਵੰਡਰਫੁਲ ਨਿਕਲੇ, ਵਾਹ ਨਿਕਲੇ, ਵਾਹ ਨਿਕਲੇ, ਸੁਭਾਨ ਅੱਲਾ ਨਿਕਲੇ, ਉਹ ਪਰਮਾਤਮਾ ਦੀ ਉਹ ਹਸਤੀ ਹੈ ਜਿਸ ਦਾ ਕੁਦਰਤ ਦੇ ਵਿੱਚ ਬਲਿਹਾਰੀ ਕੁਦਰਤ ਵਸਿਆ। ਫੁੱਲਾਂ 'ਚ ਫੁੱਲ ਬਣ ਕੇ ਖਿੜਿਆ ਹੋਇਆ, ਫਲਾਂ ਵਿੱਚ ਰਸ ਬਣ ਕੇ ਚੋ ਰਿਹਾ ਹੈ, ਜਿਹੜਾ ਹਰ ਜੀਵ ਦੇ ਅੰਦਰ ਚੇਤਨ ਸੱਤਾ ਆਤਮਾ ਕਰਕੇ ਬੈਠਾ ਹੋਇਆ ਹੈ। ਉਸ ਪਰਮਾਤਮਾ ਨੂੰ ਵਾਹ ਵਾਹ ਕਰਕੇ ਸਲਾਹਣਾ ਹੈ। ਤੇ ਹੁਣ ਦੂਜਾ ਪਦ ਹੈ ਗੁਰੂ। ਗੁਰੂ ਦੇ ਅਰਥ ਸੁਣੋ ਜੀ। ਸ਼ਰੁਤ ਸਿਮਰਤ ਪਾਖਿਓ ਪਰਧਾਮਾ। ਸ਼ਰੁਤੀ ਸਿਮਰਤੀ ਵੇਦਾਂ ਸ਼ਾਸਤਰਾਂ ਨੇ ਜੋ ਕਿਹਾ, ਜੋ ਪਰਧਾਮਾ, ਜੋ ਸੰਸਾਰ ਤੋਂ ਪਰਲੇ ਪਾਸੇ ਜਿਹਦਾ ਘਰ ਹੈ। ਕਹਿੰਦੇ ਫਲਾਣੇ ਬੰਦੇ ਦੇ ਘਰ ਨਹੀਂ ਜਾ ਸਕਦੇ। ਕਹਿੰਦੇ ਕਿਉਂ? ਕਹਿੰਦੇ ਉਹਦਾ ਘਰ ਨਦੀ ਤੋਂ ਪਰਲੇ ਪਾਸੇ ਹੈ, ਉਹਦਾ ਘਰ ਦਰਿਆ ਤੋਂ ਪਰਲੇ ਪਾਸੇ ਹੈ, ਕਹਿੰਦੇ ਉਹਦਾ ਘਰ ਬਾਰਡਰ ਤੋਂ ਪਰਲੇ ਪਾਸੇ ਹੈ। ਹੁਣ ਜਿਹਦਾ ਵਿਚਾਰੇ ਦਾ ਗ੍ਰੀਨ ਕਾਰਡ ਨਹੀਂ ਬਣਿਆ, ਉਹਨੂੰ ਕੈਨੇਡਾ ਕਿਸੇ ਦੇ ਘਰ ਜਾਣਾ ਔਖਾ ਹੀ ਹੈ ਨਾ। ਕਹਿੰਦੇ ਪਰਲੇ ਪਾਸੇ ਹੈ ਬਾਰਡਰ ਤੋਂ। ਪਰਮਾਤਮਾ ਦਾ ਘਰ ਸੰਸਾਰ ਤੋਂ ਪਰਲੇ ਪਾਸੇ ਹੈ, ਪਰਧਾਮਾ। ਪਰਮਾਤਮਾ ਦਾ ਘਰ ਸੰਸਾਰ ਤੋਂ ਪਰਲੇ ਪਾਸੇ ਹੈ, ਸੰਸਾਰ ਉਰਲੇ ਪਾਸੇ ਹੈ। ਉਰਲੇ ਪਾਸੇ ਕੀ ਹੈ? ਚਿੰਤਾ, ਫਿਕਰ, ਲੜਾਈ ਝਗੜੇ, ਈਰਖਾ, ਦਵੈਸ਼, ਨਿੰਦਾ, ਚੁਗਲੀ, ਕਾਮ, ਕ੍ਰੋਧ, ਬੜੀਆਂ ਝਮੇਲੇ ਸੰਸਾਰ ਦੇ। ਫਿਕਰ, ਡਰ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਇਹ ਸੰਸਾਰ ਹੈ। ਇਸ ਤੋਂ ਪਰਲੇ ਪਾਸੇ ਜਿੱਥੇ ਨਾ ਕੋਈ ਚਿੰਤਾ, ਨਾ ਕੋਈ ਫਿਕਰ, ਨਾ ਕੋਈ ਡਰ, ਨਾ ਕੋਈ ਝੋਰਾ, ਸਦਾ ਆਨੰਦ ਹੀ ਆਨੰਦ ਹੈ, ਉੱਥੇ ਪਰਮਾਤਮਾ ਦਾ ਘਰ ਹੈ। ਪਰਧਾਮਾ ਕਹਿੰਦੇ ਜਿਹਨੂੰ ਸਿਮਰਤੀਆਂ ਵੀ ਕਹਿੰਦੀਆਂ ਨੇ, ਸ਼ਾਸਤਰ ਵੀ ਕਹਿੰਦੇ ਨੇ, ਵੇਦ ਵੀ ਕਹਿੰਦੇ ਨੇ ਵੀ ਸਾਡੀ ਪਕੜ ਤੋਂ ਪਰੇ ਹੈ। ਆਖੋ ਸ੍ਰੀ ਵਾਹਿਗੁਰੂ। ਵੇਦ ਕਹਿੰਦੇ ਨੇ, ਗੀਤਾ ਕਹਿੰਦੀ ਹੈ, ਭਾਗਵਤ ਕਹਿੰਦਾ, ਵੇਦ ਸ਼ਾਸਤਰ ਸਾਰੇ ਹੀ ਕਹਿੰਦੇ ਆ ਵੀ ਸਾਡੀ ਸਮਝ 'ਚ ਨਹੀਂ ਆਉਂਦਾ, ਸਾਡੀ ਪਕੜ ਤੋਂ, ਬੁੱਧੀ ਤੋਂ ਪਰੇ ਹੈ, ਮਨ ਤੋਂ ਪਰੇ ਹੈ। ਪਰਧਾਮਾ ਐਸਾ ਉਹ ਪਰਮਾਤਮਾ ਹੈ। ਜਾ ਸਮੇਂ ਅਵਰ ਨਾ ਜਗ ਮਹਿ ਕੋ। ਉਹਦੇ ਵਰਗਾ ਇਸ ਸੰਸਾਰ 'ਚ ਹੋਰ ਕੋਈ ਨਹੀਂ, ਉਹਦੇ ਵਰਗਾ। ਕਿਉਂਕਿ ਬਾਕੀ ਚੀਜ਼ਾਂ ਅੱਜ ਜੰਮੀਆਂ ਨੇ, ਕੱਲ੍ਹ ਮਰ ਜਾਣਗੀਆਂ। ਕਿਸੇ ਦੀ ਉਮਰ 100 ਸਾਲ, ਕਿਸੇ ਦੀ 1000 ਸਾਲ, ਕਿਸੇ ਚੀਜ਼ ਦੀ ਲੱਖ ਸਾਲ। ਆ ਸੂਰਜ ਦੀ ਕਰੋੜਾਂ ਸਾਲ ਉਮਰ ਹੈ, ਕਰੋੜਾਂ ਸਾਲ ਇਹ ਸੂਰਜ ਦੀ ਉਮਰ ਹੈ। ਪਰ ਇਹ ਨਹੀਂ ਵੀ ਇਹ ਸੂਰਜ ਅਮਰ ਨਹੀਂ ਹੈ, ਇੱਕ ਦਿਨ ਇਹਨੇ ਠੰਡਾ ਹੋਣਾ। ਸਾਇੰਸ ਵੀ ਮੰਨਦੀ ਹੈ ਵੀ 4 ਕਰੋੜ ਸਾਲ ਬਾਅਦ ਇਹ ਸੂਰਜ ਠੰਡਾ ਹੋ ਜਾਏਗਾ। 4 ਕਰੋੜ 5 ਕਰੋੜ ਸਾਲ ਅੰਦਾਜ਼ਾ ਲਾਉਂਦੇ ਆ। ਵਾਹਿਗੁਰੂ ਦੀਆਂ ਗੱਲਾਂ ਵਾਹਿਗੁਰੂ ਜਾਣੇ, ਪਰ ਬਾਣੀ 'ਚ ਲਿਖਿਆ ਵੀ ਇੱਕ ਦਿਨ ਠੰਡਾ ਹੋਣਾ, ਸੂਰਜ ਖਤਮ ਹੋਣਾ। ਕਹਿੰਦੇ ਧਰਤੀ ਵੀ ਖਤਮ ਹੋਣੀ ਹੈ, ਪਰ ਪਰਮਾਤਮਾ ਨੇ ਖਤਮ ਨਹੀਂ ਹੋਣਾ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਜਿਹੜਾ ਸਦਾ ਹੀ ਹੈ ਔਰ ਜਿਹਦੇ ਵਰਗਾ ਕੋਈ ਨਹੀਂ, ਉਹ ਸਾਡੇ ਅੰਦਰ ਬੈਠਾ ਹੈ। ਸਾਰਾ ਕੁਝ ਬਣਿਆ, ਅੱਖਾਂ ਹੋਣ, ਕੰਨ ਹੋਣ, ਸਰੀਰ ਸਾਰਾ ਬਣਿਆ ਹੋਵੇ। ਬਾਡੀ ਦੇ 7.5 ਕਰੋੜ ਪੁਰਜਾ ਮੰਨਦੇ,
ਸਾਡੇ ਸਰੀਰ ਦੇ ਅੰਦਰ 7.5 ਕਰੋੜ ਪੁਰਜਾ ਹੈ, ਨਾੜੀਆਂ ਨੇ ਸਰੀਰ ਦੇ ਅੰਦਰ। ਬਹੁਤ ਡਾਕਟਰ ਚੀਰ ਫਾੜ ਕਰਕੇ ਜਦੋਂ ਸਰਜਰੀ ਕਰਕੇ ਦੇਖਦੇ ਆ, ਬੜਾ ਕੁਛ ਹੈ ਸਰੀਰ ਦੇ ਅੰਦਰ। ਕਰੋੜਾਂ ਅਰਬਾਂ ਦੇ ਸੈੱਲ ਨੇ ਜਿਹੜੇ ਅੰਦਰ ਸਾਡੇ ਚੱਲ ਰਹੇ ਨੇ, ਜਿਉਂਦੇ ਮਰੇ, ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਤੇ ਬਿਮਾਰੀਆਂ ਤੋਂ ਬਚਾਉਣ ਵਾਲੇ। ਉਹ ਵੀ ਅੰਦਰ ਜੰਗ ਕਰਦੇ ਨੇ, ਦੇਵਤੇ ਤੇ ਰਾਖਸ਼ ਸਾਡੇ ਅੰਦਰ ਲੱਖਾਂ ਕਰੋੜਾਂ ਅਰਬਾਂ ਖਰਬਾਂ। ਇਸ ਸਰੀਰ ਦੇ ਅੰਦਰ ਪੂਰਾ ਬ੍ਰਹਮੰਡ ਬਣਿਆ ਹੋਇਆ। ਕਹਿੰਦੇ ਐਡਾ ਵੱਡਾ ਜਿਹੜਾ ਇਹ ਸਰੀਰ ਹੈ, ਤੇ ਇਹ ਸਰੀਰ ਦੇ ਵਿੱਚ ਇੱਕ ਚੀਜ਼ ਨਾ ਹੋਵੇ, ਇੱਕ ਪੁਰਜਾ ਕੱਢ ਦਿਓ। ਕਿਹੜਾ? ਪਰਮਾਤਮਾ ਦੀ ਜੋਤ ਕੱਢ ਦਿਓ। ਬਾਕੀ ਸਾਰੇ ਪੁਰਜੇ ਹੋਣ, ਅੱਖਾਂ, ਕੰਨ, ਨੱਕ ਸਾਰਾ ਹੋਵੇ। ਵਾਹਿਗੁਰੂ ਦੀ ਜੋਤ ਨੂੰ ਕੱਢ ਦਿਓ। ਸਾਰਾ ਕੁਝ ਮਿੱਟੀ ਹੈ, ਕੋਈ 1 ਰੁਪਈਏ ਦਾ ਉਹਦਾ ਮੁੱਲ ਨਹੀਂ ਪਾਏਗਾ, 1 ਧੇਲੇ ਦਾ ਨਹੀਂ ਮੁੱਲ ਪੈਂਦਾ। ਉਹ ਜੋਤ ਹੈ। ਤੇ ਸਰਦਾਰ ਜੀ, ਭਾਈ ਸਾਹਿਬ ਜੀ, ਭੈਣ ਜੀ, ਵੀਰ ਜੀ ਕਰਕੇ ਦੁਨੀਆ ਬੁਲਾ ਰਹੀ ਹੈ। ਜੋਤ ਨਹੀਂ ਤੇ ਮੁਰਦਾ ਹੈ, ਚੁੱਕ ਕੇ ਫਿਊਨਲ ਹੋਮ 'ਚ ਸੁੱਟ ਆਓ ਬਸ। ਕਹਿੰਦੇ ਉਹ ਐਸਾ ਹੈ, ਜਾ ਸਾਮਿਆ ਵਰਨਾ ਜਗ ਮੈਂ ਕੋ। ਉਹਦੇ ਵਰਗਾ, ਉਸ ਅਕਾਲ ਪੁਰਖ ਵਰਗਾ ਜਿਸ ਨੂੰ ਅਸੀਂ ਗੁਰੂ ਕਹਿੰਦੇ ਹਾਂ। ਵਾਹਿਗੁਰੂ, ਇਹ ਵਾਹਿਗੁਰੂ ਦੇ ਅਰਥ ਚੱਲ ਰਹੇ ਨੇ। ਵਾਹਿਗੁਰੂ ਜਪਦੇ ਤਾਂ ਇਹਦੇ ਅਰਥ ਵੀ ਪਤਾ ਹੋਣਾ ਚਾਹੀਦਾ। ਕਹਿੰਦੇ ਜਿਸ ਪ੍ਰਮਾਤਮਾ ਨੂੰ ਕੋਈ ਨਹੀਂ ਪਾ ਸਕਦਾ, ਬੇਅੰਤ ਪਰੇ ਤੋਂ ਪਰੇ ਹੈ, ਪਰ ਜਿਸ ਤੋਂ ਬਿਨਾਂ ਕੋਈ ਜੀ ਵੀ ਨਹੀਂ ਸਕਦਾ, ਬੜਾ ਨੇੜੇ ਹੈ। ਸਭ ਤੋਂ ਨੇੜੇ ਉਹ ਹੈ, ਕਿਉਂਕਿ ਉਹਦੇ ਤੋਂ ਬਿਨਾਂ ਆਪਣਾ ਜੀਵਨ ਹੀ ਕੋਈ ਨਹੀਂ। ਆਪਾਂ ਡੈਡ ਬੋਡੀ ਆ, ਮੁਰਦਾ ਆ। ਉਹਦੀ ਜੋਤ ਹੈ ਤੇ ਆਪਾਂ ਤੁਰੇ ਫਿਰਦੇ ਆ। ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ ਹੋਰ ਸੰਸਾਰ 'ਚ ਕੋਈ ਵੱਡੀ ਤਾਕਤ ਨਹੀਂ ਹੈ। ਸੋ ਗੁਰ ਦੇਵ ਸਮਰੱਥ ਪ੍ਰਭ ਉਹੀ ਸਾਡਾ ਗੁਰੂ ਹੈ। ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਿਹੜਾ ਆਦ ਅੰਤ ਇੱਕੋ ਹੀ ਹੈ, ਉਹ ਸਾਡਾ ਗੁਰੂ ਹੈ। ਉਸੇ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਹੈ। ਉਹੀ ਗੁਰੂ ਗੋਬਿੰਦ ਸਿੰਘ ਬਣਿਆ ਹੈ, ਉਹੀ ਗੁਰੂ ਗ੍ਰੰਥ ਸਾਹਿਬ ਹੈ, ਤੇ ਉਹੀ ਗੁਰੂ ਖਾਲਸਾ ਹੈ। ਸਾਰਿਆਂ ਵਿੱਚ ਜੋਤ ਉਸੇ ਦੀ ਹੈ। ਹਾਂਜੀ। ਜਿਹ ਪਾਏ ਕ੍ਰਿਤ ਕ੍ਰਿਤ ਰਿਖ ਜੋਗੀ। ਜਿਸ ਨੂੰ ਪ੍ਰਾਪਤ ਕਰਕੇ ਰਿਸ਼ੀ ਮੁਨੀ ਜੋਗੀ ਨਿਹਾਲ ਹੋ ਜਾਂਦੇ ਨੇ। ਜਦੋਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨਾ, ਜਿਵੇਂ ਕਬੀਰ ਸਾਹਿਬ ਜੀ ਮਹਾਰਾਜ ਨੂੰ ਦਰਸ਼ਨ ਹੋਏ ਨੇ, ਤੇ ਕਹਿੰਦੇ ਅਬ ਤੋ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਅਬ ਤੋ ਜਾਏ ਚੜੇ ਸਿੰਘਾਸਣ। ਹੁਣ ਤੇ ਉਸ ਪਰਮਾਤਮਾ ਨੂੰ ਮਿਲ ਲਿਆ। ਹੁਣ ਤੇ ਰਾਮ ਕਬੀਰਾ ਇੱਕ ਹੋ ਗਏ ਨੇ, ਨਿਹਾਲ ਹੋ ਗਏ ਆ, ਨਿਹਾਲ ਹੋ ਗਏ ਆ। ਹਰ ਆਵਤੇ ਕੀ ਖਬਰ ਗੁਰ ਪਾਈ। ਕਹਿੰਦੇ ਗੁਰੂ ਤੋਂ ਖਬਰ ਮਿਲੀ, ਅੱਜ ਮੇਰਾ ਵਾਹਿਗੁਰੂ ਆ ਰਿਹਾ। ਪਹਿਲਾਂ ਇਨਫੋਰਮੇਸ਼ਨ ਹੋ ਗਈ ਕਿ ਅੱਜ ਵਾਹਿਗੁਰੂ ਨੇ ਆਉਣਾ। ਹਰ ਆਵਤੇ ਕੀ ਖਬਰ ਗੁਰ ਪਾਈ। ਮਨ ਤਨ ਆਨੰਦੋ ਆਨੰਦ ਭਏ। ਮਨ ਤਨ ਆਨੰਦ ਹੀ ਆਨੰਦ ਹੋ ਜਾਂਦਾ। ਜਿਸ ਦਿਨ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਆ, ਉਹ ਦਿਨ ਦਾ ਨਜ਼ਾਰਾ ਬਿਆਨ ਨਹੀਂ ਹੋ ਸਕਦਾ। ਉਹ ਜੋਤ ਜਦੋਂ ਪ੍ਰਗਟ ਹੁੰਦੀ ਹੈ, ਕਹਿੰਦੇ ਫਿਰ ਬਾਗੋ ਬਾਗ ਹੋ ਜਾਈਦਾ। ਭਾਈ ਸਾਹਿਬ ਗੁਰਦਾਸ ਜੀ ਨੇ ਲਿਖਿਆ, ਸੁਪਨ ਚਰਿਤਰ ਚਿੱਤਰ ਬਾਣਕ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਉਹ ਪਰਮ ਦਇਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਧੁਰ ਪੀ ਆਏ ਹੈ। ਜਦੋਂ ਜੋਤ ਦੇ ਦਰਸ਼ਨ ਹੁੰਦੇ ਨੇ ਤੇ ਫਿਰ ਇਸ ਆਪਾ ਖਤਮ ਹੋ ਜਾਂਦਾ। ਕਹਿੰਦੇ ਆ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ। ਸੁਧ ਦੀ ਵੀ ਸੁਧ ਨਹੀਂ ਰਹਿੰਦੀ, ਵੀ ਸੁਧ ਕੀ ਹੈ। ਜੇ ਕੋਈ ਕਹੇ ਵੀ ਭਾਈ ਸੁਧ ਸੰਭਾਲ ਲਾ, ਉਹ ਕਹਿੰਦਾ ਮੈਨੂੰ ਤੇ ਸੁਧ ਦਾ ਹੀ ਨਹੀਂ ਪਤਾ ਵੀ ਸੁਧ ਹੁੰਦੀ ਕੀ ਹੈ। ਆਖੋ ਸ੍ਰੀ ਵਾਹਿਗੁਰੂ। ਹੋਸ਼ ਹੁੰਦੀ ਕੀ ਹੈ। ਇਤਨੀ ਬੇਹੋਸ਼ੀ ਹੋ ਜਾਂਦੀ ਹੈ, ਨਾ ਹੋਸ਼ ਦਾ ਪਤਾ ਰਹਿੰਦਾ, ਨਾ ਬੇਹੋਸ਼ੀ ਦਾ ਪਤਾ ਰਹਿੰਦਾ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ। ਬੁੱਧ ਕੀ ਨਾ ਬੁੱਧ ਰਹੀ। ਮਤ ਮੈਂ ਨਾ ਮਤ ਹੈ। ਬੁੱਧੀ 'ਚ ਬੁੱਧੀ ਨਹੀਂ ਕੰਮ ਕਰਦੀ, ਮਤ ਵਿੱਚ ਮਤ ਨਹੀਂ ਕੰਮ ਕਰਦੀ। ਸੁਰਤ ਮੇ ਨਾ ਸੁਰਤ ਔ ਧਿਆਨ ਮੇ ਨਾ ਧਿਆਨ ਰਹਿਓ। ਸੁਰਤੀ ਸੁਰਤ ਵਿੱਚੋਂ ਚਲੀ ਜਾਂਦੀ ਹੈ। ਕਹਿੰਦੇ ਧਿਆਨ ਵਿੱਚੋਂ ਧਿਆਨ ਹੀ ਉੱਡ ਜਾਂਦਾ। ਸੁਰਤ ਮੇ ਨਾ ਸੁਰਤ ਔ ਧਿਆਨ ਮੇ ਨਾ ਧਿਆਨ ਰਹਿਓ। ਗਿਆਨ ਮੇ ਨਾ ਗਿਆਨ ਰਹਿਓ। ਗਤ ਮੇ ਨਾ ਗਤ ਹੈ। ਤੇ ਗਿਆਨ ਵਿੱਚੋਂ ਗਿਆਨ ਉਡਾਰੀਆਂ ਮਾਰ ਜਾਂਦਾ ਹੈ। ਫਿਰ ਉਸ ਅਵਸਥਾ ਨੂੰ ਦੱਸੋ ਕਿਵੇਂ ਬਿਆਨ ਕਰੋਗੇ।
ਜੇ ਪਾਏ ਕਿਰਤ ਕਿਰਤ ਮਨ ਜੋਗੀ। ਰਿਸ਼ੀ ਮੁਨੀ ਸਾਧੂ ਸੰਤ ਭਗਤ ਕਬੀਰ ਵਰਗੇ, ਪ੍ਰਹਿਲਾਦ ਵਰਗੇ, ਧਰੂ ਵਰਗੇ, ਨਾਰਦ ਵਰਗੇ, ਉਹ ਭਗਤ ਜਦੋਂ ਉਹਦੇ ਦਰਸ਼ਨ ਕਰਦੇ ਆ ਨਾ, ਆਹਾ ਫਿਰ ਤਾਂ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਫਿਰ ਤਾਂ ਖੇੜਾ ਹੀ ਖਿੜ ਜਾਂਦਾ। ਹਾਂਜੀ, ਬਹੁਰ ਨ ਹੋਏ ਭਰਮ ਭਵ ਭੋਗੀ। ਫਿਰ ਉਹ ਸੰਸਾਰ ਦੇ ਵਿੱਚ ਦੁਬਾਰਾ ਜੰਮਦੇ ਨਹੀਂ। ਬਹੁਰ ਹਮ ਕਾਹੇ ਆਵੇਂਗੇ, ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਬਚਨ। ਫਿਰ ਅਸੀਂ ਕੀ ਲੈਣ ਆਉਣਾ ਦੁਨੀਆ ਦੇ, ਕਹਿੰਦੇ ਬਹੁਰ ਹਮ ਕਾਹੇ ਆਵੇਂਗੇ। ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੈ ਭੁਜ ਸਮਾਵੇਂਗੇ। ਬਹੁਰ ਹਮ ਕਾਹੇ ਆਵੇਂਗੇ। ਫਿਰ ਅਸੀਂ ਕੀ ਲੈਣਾ? ਫਿਰ ਤਾਂ ਅਸੀਂ ਆਪਣੇ ਘਰ ਵਿੱਚ ਚਲੇ ਜਾਵਾਂਗੇ, ਆਪਣੇ ਸਵਾਮੀ ਜੀ ਦੇ ਗਲ ਲੱਗ ਕੇ ਬਹਿ ਜਾਵਾਂਗੇ। ਅਸੀਂ ਉਸ ਪਰਮੇਸ਼ਰ ਦੀ ਜੋਤ ਵਿੱਚ ਜੋਤ ਬਣ ਜਾਵਾਂਗੇ। ਇਹੋ ਜਿਹੀ ਅਵਸਥਾ ਹੁੰਦੀ ਹੈ। ਹਾਂਜੀ, ਗੋ ਇਤ ਅੰਧਕਾਰ ਸ਼ਿਵ ਭਾਖਾ। ਕਹਿੰਦੇ ਗੁਰੂ ਦੇ ਅਰਥ ਸੁਣੋ। ਹੁਣ ਪੰਡਤ ਪੁੱਛ ਰਹੇ ਕੀ ਹੈ ਗੁਰੂ ਵਾਹਿਗੁਰੂ ਦੇ ਅਰਥ। ਭਾਈ ਸਾਹਿਬ ਕਹਿੰਦੇ ਤੁਹਾਡੀ ਸ਼ਿਵ ਜੀ ਮਹਾਰਾਜ ਦੀ ਬਾਣੀ 'ਚ ਲਿਖਿਆ, ਗੋ ਨਾਮ ਅੰਧਕਾਰ ਦਾ ਹੈ, ਹਨੇਰਾ। ਕਿਸੇ ਕਮਰੇ ਦੇ ਦਰਵਾਜ਼ੇ ਖਿੜਕੀਆਂ ਬੰਦ ਕਰ ਦਿਓ, ਬਾਹਰੋਂ ਸੂਰਜ ਵੀ ਨਾ ਹੋਵੇ, ਅੰਦਰ ਕੋਈ ਮੋਮਬੱਤੀ, ਕੋਈ ਲਾਲਟੈਨ, ਕੋਈ ਦੀਵਾ, ਕੋਈ ਜੋਤ, ਕੋਈ ਵੀ ਬਲਬ ਟਿਊਬ ਨਾ ਜਗਦੀ ਹੋਵੇ, ਕੀ ਹੋਵੇਗਾ? ਉਸ ਨੂੰ ਪੰਜਾਬੀ 'ਚ ਹਨੇਰਾ ਕਹਿ ਦਿੰਦੇ ਆ, ਸੰਸਕ੍ਰਿਤ 'ਚ ਨੂੰ ਗੂ ਕਹਿੰਦੇ ਆ। ਗੂ ਨਾਮ ਗੂੜੇ ਹਨੇਰੇ ਦਾ, ਅੰਧਕਾਰ ਦਾ ਹੈ। ਸੋ ਗੂ ਨਾਮ ਹੈ ਹਨੇਰੇ ਦਾ। ਗੱਗੇ ਨੂੰ ਔਂਕੜ, ਗੱਗੇ ਨੂੰ ਵਾਹਿਗੁਰੂ ਤੁਸੀਂ ਬੋਲਦੇ ਹੋ ਨਾ, ਤੇ ਜਦੋਂ ਗੱਗੇ ਦੇ ਆਉਂਦੇ ਕੀ ਹੈ? ਔਂਕੜ ਲੱਗਾ ਹੋਇਆ। ਉਹਦਾ ਮਤਲਬ ਹੈ ਹਨੇਰਾ, ਅੰਧਕਾਰ, ਸਾਰੇ ਪਾਸੇ ਕੁਛ ਵੀ ਨਹੀਂ ਦਿਸਦਾ, ਉਹਨੂੰ ਕਹਿੰਦੇ ਆ ਗੂ, ਅੰਧਕਾਰ, ਹਨੇਰਾ। ਹਾਂਜੀ, ਰੰਗ ਚੈਤਨਯ ਵੇਦ ਮਤ ਸ਼ਾਖਾ। ਔਰ ਵੇਦ ਵਿੱਚ ਲਿਖਿਆ ਰੂਹ ਦਾ ਮਤਲਬ ਹੈ ਚੇਤਨ ਪ੍ਰਕਾਸ਼। ਉਸ ਕਮਰੇ ਵਿੱਚ ਜਿੱਥੇ ਪੂਰਾ ਹਨੇਰਾ ਹੋਵੇ, ਕੋਈ ਦੀਵਾ ਬਾਲ ਦਿੱਤਾ ਜਾਵੇ, ਕੋਈ ਲਾਲਟੈਨ ਜਗਾ ਦਿੱਤੀ ਜਾਵੇ, ਮੋਮਬੱਤੀ, ਕੋਈ ਜੋਤ, ਕੋਈ ਬਿਜਲੀ ਦਾ ਬਲਬ ਜਾਗਾ, ਜੇ ਸੂਰਜ ਚੜ੍ਹ ਜਾਵੇ, ਚੰਦਰਮਾ ਹੀ ਚੜ੍ਹ ਜਾਵੇ, ਕੋਈ ਤਾਰੇ ਚਮਕਣ ਲੱਗ ਜਾਣ, ਉਹਨੂੰ ਕਹਿੰਦੇ ਰੂਹ। ਗੂ ਮੈਨੇ ਅੰਧੇਰਾ ਤੇ ਰੂਹ ਮੈਨੇ ਪ੍ਰਕਾਸ਼। ਸੋ ਗੂ ਦਾ ਅਰਥ ਹੈ ਸਾਡੇ ਅੰਦਰ ਦਾ ਹਨੇਰਾ, ਜਿਹਦੇ ਨਾਲ ਸਾਨੂੰ ਇਹ ਨਹੀਂ ਪਤਾ ਕਿ ਮੈਂ ਪ੍ਰਮਾਤਮਾ ਦੀ ਜੋਤ ਹਾਂ, ਬਲਕਿ ਉਹਦੀ ਥਾਂ ਤੇ ਹਨੇਰੇ ਕਰਕੇ ਆਪਣੇ ਆਪ ਨੂੰ ਦੁਖੀ, ਸੁਖੀ, ਮੋਟਾ, ਪਤਲਾ, ਗੋਰਾ, ਕਾਲਾ, ਬੁੱਢਾ, ਜਵਾਨ ਸਮਝਦਾ ਹੈ, ਪਰ ਜੋਤ ਨਹੀਂ ਸਮਝਦਾ ਆਪਣੇ ਆਪ ਨੂੰ। ਐਸਾ ਗੂੜਾ ਹਨੇਰਾ। ਉਸ ਹਨੇਰੇ ਨੂੰ ਸਤਿਗੁਰੂ ਐਸਾ ਦੀਵਾ ਬਾਲਦੇ ਨੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਗੁਰੂ ਸ਼ਬਦ ਦਾ ਦੀਵਾ ਬਾਲਦੇ ਨੇ, ਅੰਦਰ ਜੋਤ ਜਗਦੀ ਅਕਾਲ ਪੁਰਖ ਦੀ, ਉਹ ਹਨੇਰਾ ਖਤਮ ਹੋ ਜਾਂਦਾ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ। ਉਹਨੂੰ ਕਹਿੰਦੇ ਗੁਰੂ। ਜੋ ਹਨੇਰੇ ਨੂੰ ਖਾ ਕੇ ਪ੍ਰਕਾਸ਼ ਕਰ ਦਿੰਦਾ। ਹਨੇਰਾ ਤੁਸੀਂ ਕਿਸੇ ਤਰ੍ਹਾਂ ਵੀ ਘਰੋਂ ਧੱਕੇ ਮਾਰ ਕੇ ਨਹੀਂ ਕੱਢ ਸਕਦੇ। 100 ਸਾਲ ਦਾ ਹਨੇਰਾ ਕਮਰੇ ਵਿੱਚ ਹੋਵੇ, ਉਹਨੂੰ ਕੱਢਣ ਲਈ 100 ਸਾਲ ਚਾਹੀਦਾ? 1 ਸਕਿੰਟ ਵਿੱਚ ਨਿਕਲੇਗਾ, ਪਰ ਸ਼ਰਤ ਹੈ ਵੀ ਇਲਾਜ ਸਹੀ ਹੋਣਾ ਚਾਹੀਦਾ। ਡਾਂਗਾ ਮਾਰ ਕੇ, ਝਾੜੂ ਲੈ ਕੇ, ਪੱਖਾ ਝੱਲ ਕੇ ਹਨੇਰਾ ਨਹੀਂ ਨਿਕਲੇਗਾ ਘਰੋਂ, ਧੱਕੇ ਮਾਰ ਕੇ ਹਨੇਰਾ ਨਹੀਂ ਨਿਕਲੇਗਾ, ਦੀਵਾ ਬਾਲ ਕੇ 1 ਮਿੰਟ ਨਹੀਂ ਲੱਗਣਾ। ਜਦੋਂ ਗੁਰੂ ਮਿਲਦਾ, ਉਹ ਸ਼ਬਦ ਦਾ ਦੀਵਾ ਬਾਲ ਦਿੰਦਾ, ਸ਼ਬਦ ਦੀ ਕਲਾ ਵਰਤਾ ਦਿੰਦਾ। ਬਸ ਸ਼ਬਦ ਦਾ ਦੀਵਾ ਬਲਿਆ, ਸਤਿਗੁਰ ਸ਼ਬਦ ਉਜਾਰੋ ਦੀਪਾ, ਦੀਪਾ ਮੈਨੇ ਦੀਵਾ, ਸਤਿਗੁਰੂ ਦੇ ਸ਼ਬਦ ਦਾ ਉਜਾਲਾ ਹੋ ਗਿਆ, ਸ਼ਬਦ ਦੇ ਦੀਵੇ ਨੇ ਪ੍ਰਕਾਸ਼ ਕਰਤਾ। ਬਿਨਸਿਓ ਅੰਧਕਾਰ ਤੇ ਮੰਦਰ, ਮੰਦਰ ਮੈਨੇ ਬਿਲਡਿੰਗ, ਘਰ, ਮਕਾਨ, ਹਿਰਦੇ ਰੂਪੀ ਘਰ ਦੇ ਵਿੱਚ ਸ਼ਬਦ ਦਾ ਦੀਵਾ ਬਲਿਆ, ਹਨੇਰਾ ਮਿਟ ਗਿਆ। ਰਤਨ ਕੋਠੜੀ ਖੁੱਲੀ ਅਨੂਪਾ। ਰਤਨਾਂ ਦੀ ਜਿਹੜੀ ਕੋਠੜੀ ਸੀ, ਹੀਰੇ ਮੋਤੀ ਜਿਹਦੇ ਵਿੱਚ ਪਏ ਸੀ, ਉਹ ਖੁੱਲ ਗਈ, ਜਗਮਗ ਜਗਮਗ ਹੋ ਗਈ, ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਇਹ ਕੰਮ ਕੌਣ ਕਰਦਾ ਜੇ? ਇਹ ਸਤਿਗੁਰੂ ਕਰਦੇ ਨੇ। ਵਾਹਿਗੁਰੂ 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 ਐਵੇਂ ਨਹੀਂ ਸਿੱਖ ਜਪਦੇ,
ਭਾਈ ਸਾਹਿਬ ਕਹਿੰਦੇ ਇਹਦੇ 'ਚ ਬੜੀ ਵੱਡੀ ਪਾਵਰ ਹੈ, ਬੜੀ ਸ਼ਕਤੀ ਹੈ। ਵਿਦਿਆ ਮੂਲ ਜੋਗ ਅਵਸਾਨੀ। ਉਹ ਜਿਹੜਾ ਪ੍ਰਮਾਤਮਾ ਹੈ ਨਾ, ਉਹ ਵਿਦਿਆ ਦਾ ਮੂਲ ਹੈ। ਜਿੰਨੀ ਸ੍ਰਿਸ਼ਟੀ ਦਾ ਦੱਸੋ ਵਿਦਿਆ ਆਈ ਹੈ। ਅੱਜ ਕੰਪਿਊਟਰ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ, ਇੰਟਰਨੈਟ ਦਾ ਸਿਸਟਮ ਚੱਲ ਗਿਆ। ਕਿੱਥੋਂ ਨਿਕਲੀ ਹੈ ਵਿਦਿਆ? ਜਿਹੜਾ ਅੰਦਰ ਚੇਤਨ ਬੈਠਾ ਨਾ, ਭਗਵਾਨ ਬੰਦੇ ਦੇ ਚਿੱਤ ਵਿੱਚ ਬੈਠਾ ਹੈ, ਉੱਥੋਂ ਕੰਪਿਊਟਰ ਚੱਲ ਰਹੇ ਨੇ ਸਾਰੇ। ਸਾਰੀ ਵਿਦਿਆ ਉੱਥੋਂ ਨਿਕਲਦੀ ਹੈ। ਸੋ ਸਾਰੀ ਵਿਦਿਆ ਦਾ ਮੂਲ ਮੁੱਢ ਜਿਹੜਾ ਬੀਜ ਹੈ ਉਹ ਪਰਮਾਤਮਾ ਹੈ। ਜੇ ਪਰਮਾਤਮਾ ਨਾ ਹੋਵੇ, ਕਦੀ ਮੁਰਦੇ ਨੇ ਕੰਪਿਊਟਰ ਬਣਾਇਆ? ਮੈਨੂੰ ਦੱਸੋ, ਮੁਰਦੇ ਨੇ ਇੰਟਰਨੈਟ ਬਣਾਇਆ ਕਿ ਜਿਉਂਦੇ ਬੰਦੇ ਨੇ? ਤੁਸੀਂ ਸਾਰੇ ਜਾਣਦੇ ਹੋ ਜਿਉਂਦੇ ਨੇ ਬਣਾਇਆ ਹੋਣਾ, ਡੈਡ ਬਾਡੀ ਨੇ ਨਹੀਂ ਬਣਾਇਆ। ਕਿਉਂਕਿ ਜਿਉਂਦੇ ਵਿੱਚ ਜੋਤ ਹੈ ਤੇ ਜੋਤ ਕੰਮ ਕਰ ਰਹੀ ਹੈ ਸਾਰੀ। ਜੋਤ ਨੇ ਬੁੱਧੀ ਨੂੰ ਬਲ ਦਿੱਤਾ ਹੋਇਆ। ਜੋਤ ਨਿਕਲ ਜਾਵੇ, ਦਿਮਾਗ ਦਾ ਢਾਂਚਾ ਉੱਥੇ ਪਿਆ ਹੋਵੇ, ਕੁਛ ਨਹੀਂ ਕਰ ਸਕਦਾ। ਜੋਤ ਕਰਕੇ ਸਭ। ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸ ਕਰਕੇ ਕਹਿੰਦੇ ਸਾਰੀ ਵਿਦਿਆ ਜਿੰਨੀ ਸੰਸਾਰ 'ਚ ਵਿਦਿਆ ਹੈ, ਭਾਵੇਂ ਉਹ ਵਿਹਾਰਕ ਵਿਦਿਆ ਹੈ, ਭਾਵੇਂ ਆਤਮਕ ਗਿਆਨ ਦੀ ਬ੍ਰਹਮ ਵਿਦਿਆ ਹੈ, ਉਹਦਾ ਮੂਲ ਉਹ ਪਰਮਾਤਮਾ ਵਾਹਿਗੁਰੂ ਹੈ। ਤੇ ਜੋਗ ਅਵਸਾਨੀ, ਜੁੜੇ ਹੋਏ, ਜਿਹੜੇ ਜੋਗ ਦਾ ਅਰਥ ਹੈ ਜੁੜਿਆ ਹੋਇਆ। ਜਿਹਦਾ ਚਿੱਤ ਜੁੜੇਗਾ ਨਾ, ਆਹ ਕਥਾ ਜਿਹੜੀ ਹੈ ਤੁਹਾਨੂੰ ਸਮਝ ਆਏਗੀ ਜੇ ਤੁਹਾਡਾ ਚਿੱਤ ਜੁੜਿਆ ਹੋਏਗਾ। ਜੇ ਚਿੱਤ ਖਿੰਡਿਆ ਹੋਇਆ, ਇੱਧਰ ਉੱਧਰ ਧਿਆਨ ਗਿਆ, ਇਹ ਗੱਲ ਨਹੀਂ ਸਮਝ ਆਈ। ਕੋਈ ਗੱਲ ਵੀ ਨਹੀਂ ਸਮਝ ਆਉਂਦੀ। ਸਕੂਲ 'ਚ ਟੀਚਰ ਪੜ੍ਹਾ ਰਿਹਾ ਹੁੰਦਾ ਤੇ ਬੱਚੇ ਇੱਧਰ ਉੱਧਰ ਦੇਖਦੇ, ਉਹਨੂੰ ਕਹਿੰਦਾ ਧਿਆਨ ਦਿਓ। ਜੇ ਮਾੜਾ ਜਿਹਾ ਬੇਧਿਆਨੇ ਹੋਏ, ਫਾਰਮੂਲਾ ਸਮਝ ਨਹੀਂ ਆਉਣਾ। ਇਹ ਵੀ ਫਾਰਮੂਲਾ ਜਿਹੜਾ ਹੈ ਬ੍ਰਹਮ ਵਿਦਿਆ ਦਾ, ਜੁੜੇ ਹੋਏ ਮਹਾਂਪੁਰਸ਼ਾਂ ਨੂੰ ਅਨੁਭਵ ਹੁੰਦਾ ਹੈ, ਟੁੱਟਿਆਂ ਹੋਇਆਂ ਨੂੰ ਨਹੀਂ, ਖਿੰਡਿਆਂ ਹੋਇਆਂ ਨੂੰ ਨਹੀਂ। ਜਿਨ੍ਹਾਂ ਦੀ ਬਿਰਤੀ ਖਿੰਡੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦਵੈਸ਼ ਨਿੰਦਾ ਚੁਗਲੀ ਜੇ ਉਹ 'ਚ ਫਸੇ ਹੋਏ ਨੇ, ਉਹ ਕਿੱਥੇ ਜਾਣਨਗੇ ਇਹਨਾਂ ਗੱਲਾਂ ਨੂੰ? ਉਹਨਾਂ ਵਾਸਤੇ ਤੇ ਵਿਹਲੀਆਂ ਗੱਲਾਂ ਨੇ। ਕਹਿੰਦੇ ਐਵੇਂ ਗੁਰਦੁਆਰੇ ਬੈਠੇ ਰੌਲਾ ਪਾਈ ਜਾਂਦੇ। ਸੋ ਸਾਧ ਸੰਗਤ ਜੀ, ਭਾਈ ਸਾਹਿਬ ਕਹਿੰਦੇ ਇਹ ਬ੍ਰਹਮ ਜਿਹੜਾ ਹੈ ਪਰਮਾਤਮਾ, ਇਹ ਵਿਦਿਆ ਦਾ ਮੂਲ ਹੈ ਤੇ ਜੁੜੇ ਹੋਏ ਮਹਾਤਮਾ ਨੂੰ ਮਿਲਦਾ ਹੈ। ਆਖੋ ਸ੍ਰੀ ਵਾਹਿਗੁਰੂ। ਚਿੱਤ ਬਿਰਤੀ ਜਿਹੜੀ ਇਕਾਗਰ ਹੋਏਗੀ, ਉਹਦੇ ਅੰਦਰ ਇਹ ਗੁਰੂ ਐਵੇਂ ਨਹੀਂ ਬੋਲ ਦੇਣਾ ਬਸ ਤੇ ਨਹੀਂ, ਇਹਦੇ 'ਚ ਬੜੀ ਵੱਡੀ ਪਾਵਰ ਹੈ, ਬੜੀ ਵੱਡੀ। ਉਹ ਗੂ ਹਨੇਰੇ ਨੂੰ ਚੱਕ ਕੇ ਪ੍ਰਕਾਸ਼ ਕਰ ਦਿੰਦਾ ਹੈ। ਉਹਨੂੰ ਕਹਿੰਦੇ ਵਾਹਿਗੁਰੂ। ਹਾਂਜੀ। ਜਾਹੇ ਸਮਾਵਤ ਮੁਨਵਰ ਗਿਆਨੀ। ਅਖੀਰ ਨੂੰ ਰਿਸ਼ੀ ਮੁਨੀ ਸਾਧੂ ਬ੍ਰਹਮ ਗਿਆਨੀ ਉਹਦੇ 'ਚ ਸਮਾਉਂਦੇ ਹਨ, ਉਹਦੇ 'ਚ ਲੀਨ ਹੁੰਦੇ ਨੇ, ਉਹਦੇ ਵਿੱਚ ਤਨਮਏ ਹੋ ਜਾਂਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ। ਹਾਂਜੀ। ਸ਼ੂਨਵਾਦ ਸ਼ੂਨਹ ਜਿਹ ਗਾਵਹਿ। ਜਿਹੜੇ ਸ਼ੂਨਵਾਦੀ ਹਨ, ਬੋਧ ਮਤ ਦੇ ਬੁੱਧਿਸਟ ਜਿਹੜੇ ਹਨ, ਉਹ ਕਹਿੰਦੇ ਨੇ ਉਹ ਸੁੰਨ ਹੈ। ਉਹ ਅੰਤਰ ਸੁੰਨੰ ਬਾਹਰ ਸੁੰਨੰ ਤ੍ਰਿਭਾਵਨ ਸੁੰਨਮ ਸੁੰਨੰ, ਸਾਰੇ ਪਾਸੇ ਸੁੰਨ ਹੀ ਸੁੰਨ ਹੈ। ਜਦੋਂ ਧਿਆਨ ਵਿੱਚ ਜਾਂਦੇ ਨੇ, ਉੱਥੇ ਕੁਝ ਦਿਸਦਾ ਨਹੀਂ, ਸੁੰਨ ਹੀ ਹੁੰਦਾ। ਤਾਂ ਉਹਨੂੰ ਉਸ ਸੁੰਨ, ਉਸ ਬ੍ਰਹਮ ਨੂੰ ਉਹ ਦੇਖਦੇ ਨੇ। ਉਹਨੂੰ, ਉਹਦਾ ਨਾਮ ਉਹਨਾਂ ਨੇ ਸੁੰਨ ਰੱਖਿਆ ਹੋਇਆ। ਹਾਂਜੀ। ਬ੍ਰਹਮਵਾਦ ਜਿਹ ਬ੍ਰਹਮ ਬਤਾਵਹਿ। ਔਰ ਜਿਹੜੇ ਵੇਦਾਂਤੀ ਲੋਕ ਹਨ, ਉਸ ਨੂੰ ਬ੍ਰਹਮ ਕਹਿੰਦੇ ਹਨ, ਵਿਆਪਕ ਹੈ। ਉਹ ਇੱਕੋ ਚੀਜ਼ ਹੈ, ਚੀਜ਼ ਇੱਕੋ ਹੀ ਹੈ। ਇੱਕ ਬੰਦੇ ਦੀ ਫੈਕਟਰੀ ਸੀਗੀ ਤੇ ਉਹਦੇ ਕੋਲ ਕੰਮ ਕਰਦੇ ਸੀ 5-10 ਵੱਖਰੇ ਵੱਖਰੇ ਇਲਾਕਿਆਂ ਦੇ ਲੋਕ। ਤੇ ਇੱਕ ਦਿਨ ਖੁਸ਼ ਹੋ ਕੇ ਕਹਿਣ ਲੱਗਾ, ਦੱਸੋ ਤੁਹਾਡੀ ਪਾਰਟੀ ਕੀ ਖਾਓਗੇ? ਗਰਮੀ ਦਾ ਮੌਸਮ ਸੀ। ਇੱਕ ਬੋਲਿਆ ਮਤੀਰਾ ਖਾਵਾਂਗੇ, ਦੂਜਾ ਕਹਿੰਦਾ ਨਹੀਂ ਨਹੀਂ ਤਰਬੂਜ ਖਾਵਾਂਗੇ, ਤੀਜਾ ਕਹਿੰਦਾ ਮਿਲਨ ਵਾਟਰ ਉਹ ਜਿਹੜਾ ਖਾਵਾਂਗੇ, ਚੌਥਾ ਕਹਿੰਦਾ ਅਦਵਾਣਾ ਖਾਵਾਂਗੇ, ਤੇ ਪੰਜਵਾਂ ਕਹਿਣ ਲੱਗਾ ਵੀ ਕੋਈ ਨਿਹੰਗ ਸਿੰਘ ਸੀ, ਉਹ ਕਹਿੰਦਾ ਹਾਥੀ ਦਾ ਅੰਡਾ ਖਾਵਾਂਗੇ। ਨਿਹੰਗਾਂ ਸਿੰਘਾਂ ਦੀ ਬੋਲੀ ਉਹਨੂੰ ਹਾਥੀ ਦਾ ਆਂਡਾ ਕਹਿ ਦਿੰਦੇ ਆ, ਉਹ ਜਿਹੜਾ ਜਿਹਨੂੰ ਲੋਕ ਅਦਵਾਣਾ ਕਹਿ ਦਿੰਦੇ, ਕੋਈ ਉਹਨੂੰ ਮਤੀਰਾ ਕਹਿੰਦੇ। ਉਹ ਆਪਸ 'ਚ ਲੜ ਪਏ। ਮਤੀਰੇ ਵਾਲਾ ਕਹਿੰਦਾ ਮਤੀਰਾ ਹੀ ਖਾਣਾ, ਦੂਜਾ ਕਹਿੰਦਾ ਨਹੀਂ ਨਹੀਂ ਤਰਬੂਜ ਲਿਆਓ।
ਤੇ ਚੌਥਾ ਕਹਿੰਦਾ ਵਿਦਵਾਨਾ ਲਿਆਓ, ਅੰਗਰੇਜ਼ੀ ਵਾਲਾ ਕਹਿੰਦਾ ਮਿਲਨ ਵਾਟਰ। ਉਹ ਲੜ ਪਏ। ਜਦੋਂ ਹੋਇਆ ਉਹ ਕਹਿੰਦਾ ਠਹਿਰੋ ਮੈਂ ਸਾਰਿਆਂ ਵਾਸਤੇ ਲਿਆਉਣਾ। ਉਹ ਲਿਆਇਆ, ਲਿਆ ਕੇ ਦਵਾਣਾ ਅੱਗੇ ਰੱਖ ਦਿੱਤਾ। ਉਹ ਸਾਰੇ ਭੱਜ ਕੇ ਪਏ। ਕਹਿੰਦੇ ਤੁਸੀਂ ਤੇ ਲੜਦੇ ਸੀ। ਉਹ ਕਹਿੰਦੇ ਇਹ ਚੀਜ਼ ਮਤੀਰੇ ਵਾਲਾ ਕਹਿੰਦਾ ਮਤੀਰਾ, ਦੂਜਾ ਕਹਿੰਦਾ ਨਹੀਂ ਇਹ ਦਵਾਣਾ, ਤੀਜਾ ਕਹਿੰਦੇ ਪਰ ਤੁਹਾਡੀ ਬੋਲੀਆਂ ਦਾ ਹੀ ਫਰਕ ਆ, ਵਸਤੂ ਇੱਕੋ ਹੀ ਨਾ ਆਪਣੇ ਆਪਣੀ ਬੋਲੀ 'ਚ ਰੱਖੇ ਹੋਏ। ਕਹਿੰਦੇ ਪਰਮੇਸ਼ਰ ਅਕਾਲ ਪੁਰਖ ਜਿਹੜਾ ਨਾ ਸਰੂਪ ਤਾਂ ਇੱਕੋ ਹੀ, ਜਦੋਂ ਉੱਥੇ ਪਹੁੰਚਦੇ ਇੱਕੋ ਹੀ ਹੈ, ਪਰ ਨਾਂ ਰੱਖੇ ਕਿਸੇ ਨੇ ਸੁਨ, ਕਿਸੇ ਨੇ ਬ੍ਰਹਮ, ਕਿਸੇ ਨੇ ਕਾਲ, ਕਿਸੇ ਨੇ ਮਹਾਕਾਲ, ਕਿਸੇ ਨੇ ਉਹਦਾ ਕੋਈ ਨਾਂ ਰੱਖ ਲਿਆ, ਕਿਸੇ ਨੇ ਰਾਮ, ਕਿਸੇ ਨੇ ਕ੍ਰਿਸ਼ਨ, ਕਿਸੇ ਨੇ ਹਰੀ, ਪਰ ਚੀਜ਼ ਇੱਕੋ ਹੈ ਜਿੱਥੇ ਗੱਲ ਮੁੱਕਦੀ ਹੈ ਜਾ ਕੇ। ਹਾਂਜੀ, ਕਾਲਮਤੀ ਜਿਹੇ ਕਾਲ ਪਰਮਾਨਾ। ਜਿਹੜੇ ਕਾਲਮਤੀ ਹਨ, ਕਾਲ ਨੂੰ ਮੰਨਣ ਵਾਲੇ, ਟਾਈਮ ਨੂੰ ਹੀ ਮੰਨਦੇ ਹਨ, ਕਾਲ ਦੀ ਉਪਾਸਨਾ ਕਰਦੇ ਨੇ, ਉਹ ਉਸ ਨੂੰ ਕਾਲ ਕਹਿੰਦੇ ਨੇ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਉਸ ਨੂੰ ਕਾਲਮਤੀ ਜਿਹੜੇ ਹਨ ਉਹ ਕਾਲ ਕਹਿੰਦੇ ਹਨ। ਨਾਨਾ ਮਤ ਠਾਨਿਓ ਮਤ ਨਾਨਾ। ਨਾਨਾ ਅਨੇਕਾਂ ਮਤਾਂ ਵਾਲੇ ਅਨੇਕਾਂ ਹੀ ਨਾਂ ਰੱਖੀ ਬੈਠੇ ਨੇ। ਮੁਸਲਮਾਨ ਅੱਲਾ ਕਹਿੰਦੇ ਨੇ, ਈਸਾਈ ਗਾਡ ਕਹਿੰਦੇ ਨੇ, ਵੱਖਰੇ ਵੱਖਰਿਆਂ ਨੇ। ਉਹ ਜਿਹੜੀ ਚੀਜ਼ ਹੈ, ਜੋਤ ਹੈ ਨਿਰੰਕਾਰ ਦੀ, ਉਹਦੇ ਨਾਂ ਰੱਖੇ ਹੋਏ ਨੇ ਬੋਲੀਆਂ ਦੇ ਹਿਸਾਬ ਨਾਲ, ਜਾਂ ਕਹਿ ਲਓ ਅਨੁਭਵ ਦੇ ਹਿਸਾਬ ਨਾਲ। ਵੈਸੇ ਤਾਂ ਅਨੁਭਵ ਜਿੱਥੇ ਜਿੱਥੇ ਗਿਆ ਕਿਸੇ ਦਾ ਉਹਨਾਂ ਉਹਦੇ ਬਾਰੇ ਬੋਲਿਆ, ਪਰ ਅਸਲ ਉਹਦੀ ਗੱਲ ਨੂੰ ਉਹੀ ਜਾਣਦਾ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਹਾਂਜੀ, ਸਗੁਣ ਜਾਹੇ ਨਾਰਾਇਣ ਕਹਹੀਂ। ਜਿਹੜੇ ਸਰਗੁਣਵਾਦੀ ਉਪਾਸਕ ਹਨ, ਸ੍ਰੀ ਰਾਮਚੰਦਰ ਜੀ ਨੂੰ, ਭਗਵਾਨ ਕ੍ਰਿਸ਼ਨ ਜੀ ਨੂੰ ਮੰਨਦੇ ਨੇ, ਉਹਨੇ ਨਾਂ ਰੱਖਿਆ ਨਾਰਾਇਣ। ਉਹ ਸਰਗੁਣਵਾਦੀ ਨੇ, ਉਹਨਾਂ ਨੇ ਉਹਦਾ ਨਾਮ ਨਾਰਾਇਣ ਰੱਖਿਆ ਹੋਇਆ ਹੈ। ਕਰਮ ਬ੍ਰਿੰਦ ਕਰ ਜਾ ਪਦ ਲਹਹੀਂ। ਜਿਹੜੇ ਕਰਮ ਕਾਂਡੀ ਨੇ, ਪੂਰਵ ਮੀਮਾਂਸਾ ਨੂੰ ਮੰਨਣ ਵਾਲੇ ਸਾਧ ਸੰਗਤ ਜੀ, ਇਹ ਸਾਰੇ ਦਰਸ਼ਨ ਸ਼ਾਸਤਰਾਂ ਦੀ ਵੱਖਰੀ ਵੱਖਰੀ ਵਿਚਾਰਧਾਰਾ ਹੈ। ਉਸੇ ਪ੍ਰਮਾਤਮਾ ਨੂੰ ਕਰਮ ਕਹਿੰਦੇ ਨੇ। ਕਹਿੰਦੇ ਕਰਮ ਕਰਕੇ ਉਹ ਤੱਕ ਪਹੁੰਚਿਆ ਜਾ ਸਕਦਾ ਹੈ, ਤੇ ਉਹ ਕਰਮ ਕਾਂਡ ਉੱਤੇ ਹੀ ਜ਼ੋਰ ਦਿੰਦੇ ਨੇ। ਲੱਖ ਰੂਪ ਵਾਚਾਰਥ ਜਾਸ ਕਹੈ। ਸਾਧ ਸੰਗਤ ਜੀ, ਇੱਕ ਹੁੰਦਾ ਵਾਚਿਆ ਅਰਥ, ਇੱਕ ਹੁੰਦਾ ਲਖਿਆ ਅਰਥ। ਥੋੜਾ ਜਿਹਾ ਡੂੰਘਾ ਵਿਸ਼ਾ ਚਲਾ ਗਿਆ। ਵਾਚਿਆ ਅਰਥ ਹੁੰਦਾ ਜਿਵੇਂ ਮੂੰਹ ਤੋਂ ਕੋਈ ਅੱਖਰ ਕਿਹਾ ਤੇ ਉਹ ਜਿਹੜਾ ਅੱਖਰ ਬੋਲਿਆ ਝਟਪਟ ਉਸ ਚੀਜ਼ ਤੇ ਧਿਆਨ ਚਲਾ ਗਿਆ। ਮੈਂ ਹੁਣ ਇੱਕ ਦੋ ਚੀਜ਼ਾਂ ਬੋਲਾਂਗਾ, ਤੁਹਾਨੂੰ ਦੱਸਣ ਦੀ ਮੈਨੂੰ ਲੋੜ ਨਹੀਂ, ਪਤਾ ਲੱਗ ਜਾਏਗਾ। ਮੰਨ ਲਓ ਮੈਂ ਕਿਹਾ ਘੋੜਾ, ਤੇ ਤੁਹਾਨੂੰ ਯਾਦ ਆ ਗਿਆ ਹੋਣਾ ਵੀ 4 ਪੈਰ ਹੁੰਦੇ ਨੇ, 2 ਕੰਨ ਹੁੰਦੇ ਨੇ, ਪੂਛ ਹੁੰਦੀ ਹੈ, ਸਵਾਰੀ ਦੇ ਕੰਮ ਆਉਂਦਾ, ਬੜਾ ਤੇਜ਼ ਦੌੜਦਾ। ਇੱਕ ਜਾਨਵਰ ਹੁੰਦਾ ਜਿਹਦੇ ਲੋਕ ਸਵਾਰ ਹੁੰਦੇ ਨੇ। ਮੈਂ ਬੋਲਿਆ ਗਊ, ਤੁਹਾਨੂੰ ਇੱਕਦਮ ਪਤਾ ਲੱਗ ਗਿਆ ਵੀ 4 ਪੈਰ ਹੁੰਦੇ ਨੇ, ਖੁਰਪਾਟਾ ਹੁੰਦਾ, ਸਿਰ ਦੇ ਉੱਤੇ 2 ਸਿੰਘ ਹੁੰਦੇ ਨੇ, ਇੱਕ ਪੂਛ ਹੁੰਦੀ, 4 ਥਣ ਹੁੰਦੇ ਨੇ, ਦੁੱਧ ਚੋਣ ਦੇ ਕੰਮ ਹੁੰਦੀ, ਦੁੱਧ ਪੀ ਦਿੰਦੀ। ਇਹਨੂੰ ਕਹਿੰਦੇ ਵਾਚਿਆ ਅਰਥ। ਸ਼ੱਕਿਆ ਅਰਥ, ਕਿਸੇ ਬੰਦੇ ਦਾ ਨਾਂ ਲੈਂਦਿਆਂ ਹੀ ਉਹ ਬੰਦਾ ਸਾਹਮਣੇ ਆ ਜਾਵੇ, ਕਿਸੇ ਚੀਜ਼ ਦਾ ਨਾਂ ਲੈਂਦਿਆਂ ਹੀ ਚੀਜ਼ ਸਾਹਮਣੇ ਆ ਜਾਵੇ, ਉਹਨੂੰ ਵਾਚਿਆ ਅਰਥ ਕਹਿੰਦੇ ਨੇ। ਇੱਕ ਹੁੰਦਾ ਲਕਸ਼ਣਾ ਅਰਥ, ਉਹ 'ਚ ਲੱਛਣਾਂ ਤੋਂ ਪਤਾ ਲੱਗਦਾ, ਲੱਛਣ ਕਰਨੇ ਪੈਂਦੇ। ਸਿੱਧਾ ਅਰਥ ਕਰੋ ਤੇ ਬਣਦਾ ਨਹੀਂ। ਮੰਨ ਲਓ ਕਿਸੇ ਨੇ ਆਖਿਆ, ਕਹਿੰਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਕਿੱਥੇ ਹੈ? ਕਹਿੰਦੇ ਟਾਲਬਟ ਰੋਡ ਦੇ ਉੱਤੇ ਹੈ। ਹੁਣ ਇਹਦਾ ਤੁਸੀਂ ਜੇ ਅਰਥ ਕਰੋਗੇ, ਅੱਖਰੀ ਅਰਥ ਨਹੀਂ ਬਣੇਗਾ। ਕਿਵੇਂ ਵੀ ਰੋਡ ਦੇ ਉੱਤੇ ਤੇ ਗੱਡੀਆਂ ਚੱਲਦੀਆਂ, ਗੁਰਦੁਆਰਾ ਕਿਵੇਂ ਬਣਾ ਲੋਗੇ? ਰੋਡ ਦੇ ਉੱਤੇ ਕਾਰਾਂ ਲੰਘ ਰਹੀਆਂ, ਗੱਡੀਆਂ ਰੋਜ਼ ਹਜ਼ਾਰਾਂ ਗੱਡੀਆਂ ਲੰਘਦੀਆਂ, ਗੁਰਦੁਆਰਾ ਰੋਡ ਦੇ ਉੱਤੇ ਕਿਵੇਂ ਹੋ ਗਿਆ? ਤਾਂ ਫਿਰ ਉਹਦੇ ਲੱਛਣ ਕਰਨੇ ਪੈਂਦੇ। ਸਿਆਣਾ ਬੰਦਾ ਕਹੇਗਾ ਇਹਦਾ ਮਤਲਬ ਇਹ ਨਹੀਂ ਵੀ ਰੋਡ ਦੇ ਉੱਤੇ ਹੈ, ਉਹਦਾ ਮਤਲਬ ਇਹ ਹੈ ਵੀ ਰੋਡ ਦੇ ਕਿਨਾਰੇ ਤੇ ਹੈ। ਕਿਸੇ ਨੇ ਆਖਿਆ ਵੀ ਗਾਵਾਂ ਦਾ ਵਾੜਾ ਗੰਗਾ ਦੇ ਵਿੱਚ ਹੈ। ਉਹ ਕਹਿੰਦੇ ਗੰਗਾ ਦੇ ਵਿੱਚ ਗਾਵਾਂ ਰੁੜ ਨਹੀਂ ਜਾਂਦੀਆਂ? ਕਹਿੰਦੇ ਨਹੀਂ, ਗੰਗਾ ਦੇ ਕਿਨਾਰੇ ਤੇ ਹੈ। ਇਹਨੂੰ ਕਹਿੰਦੇ ਲੱਛਣਾ ਅਰਥ, ਲੱਛਣ ਕਰਨੇ ਪੈਂਦੇ। ਸੋ ਪ੍ਰਮਾਤਮਾ ਵਾਹਿਗੁਰੂ ਦੇ ਸਿੱਧੇ ਅੱਖਰੀ ਵੀ ਬਚਨ ਕਹੇ ਜਾਂਦੇ, ਉਹਨੂੰ ਵਾਚਿਆ ਅਰਥ ਕਹਿੰਦੇ ਨੇ। ਜਿਹੜੇ ਉਹਦੇ ਗੁਣਾ ਕਰਕੇ ਉਹਦੇ ਲੱਛਣ ਲਾਏ ਜਾਂਦੇ ਨੇ, ਉਹਨੂੰ ਲਕਸ਼ਣਾ ਅਰਥ ਕਹਿੰਦੇ ਨੇ। ਹਾਂਜੀ,
ਅਵਰ ਨ ਪਾਵਨ ਰਹਿਤ ਜਾਸ ਲਹੈ। ਕਹਿੰਦੇ ਜਿਸ ਨੂੰ ਪਾ ਕੇ, ਪ੍ਰਮਾਤਮਾ ਨੂੰ ਪਾ ਕੇ ਬਾਅਦ ਚ ਹੋਰ ਪਾਣ ਦੀ ਇੱਛਾ ਨਹੀਂ ਰਹਿੰਦੀ, ਹੋਰ ਕੋਈ ਪਾਉਣ ਵਾਲੀ ਚੀਜ਼ ਨਹੀਂ ਰਹਿੰਦੀ। ਹੁਣ ਆਪਾਂ ਤੇ ਸਾਧ ਸੰਗਤ ਜੀ ਇੱਕ ਪ੍ਰਾਪਤ ਕਰਦੇ ਆ, ਦੂਜੀ ਫਿਰ ਅੱਗੇ ਫਿਰ ਅਰਦਾਸ ਸ਼ੁਰੂ ਹੋ ਜਾਂਦੀ, ਮਹਾਰਾਜ ਹੁਣ ਆਹ ਚੀਜ਼ ਦੇ ਦਿਓ। ਮਹਾਰਾਜ ਜੀ ਕਾਕਾ ਹੋ ਗਿਆ, ਹੁਣ ਕਾਕੇ ਦੀ ਕੁੜਮਾਈ ਵੀ ਹੋ ਜਾਏ। ਕਾਕੇ ਦੀ ਘਰ ਵਾਲੀ ਆ ਗਈ, ਮਹਾਰਾਜ ਨੂੰ ਪੋਤਾ ਦੇ ਦਿਓ। ਪੋਤਾ ਵੀ ਪੜ੍ਹ ਲਿਖ ਜਾਵੇ, ਮਹਾਰਾਜ ਪੋਤੇ ਦੀ ਵੀ ਘਰ ਵਾਲੀ ਆ ਜਾਏ, ਫਿਰ ਪੜੋਤਾ ਦੇ ਦਿਓ। ਬੰਦੇ ਦੀਆਂ ਮੰਗਾਂ ਮੁੱਕਦੀਆਂ ਤਾਂ ਨਹੀਂ, ਕਿਸੇ ਤਰ੍ਹਾਂ ਵੀ ਤੁਰ ਲਓ, ਪੜ੍ਹਾਈ ਕਰ ਲਓ, PhD ਕਰ ਲਓ, ਉਸ ਤੋਂ ਬਾਅਦ ਕਿਹੜਾ ਬੰਦਾ ਰੁਕਦਾ, ਕਹਿੰਦਾ ਹੋਰ ਪੜ੍ਹ ਲਈ, ਹੋਰ ਕੁਛ ਪਤਾ ਕਰ ਲਈਏ। ਕੋਈ ਵੀ ਵਪਾਰ ਕਰ ਲਓ, ਬਿਜ਼ਨਸ ਕਰ ਲਓ, ਕਰੋੜਪਤੀ ਬਣ ਜਾਓ, ਕਹਿੰਦੇ ਅਜੇ ਕੁਛ ਨਹੀਂ, ਅਰਬਪਤੀ ਬਣ ਜਾਈਏ ਤਾਂ ਬੜਾ ਵਧੀਆ ਹੋਵੇ। ਮਿਲੀਅਨ ਬਿਲੀਅਨ ਇੱਦਾਂ ਗਾਂਹ ਦੀ ਗਾਂਹ ਚੱਲਦਾ ਬੰਦਾ। ਪਰ ਕਹਿੰਦੇ ਇੱਕ ਉਹ ਚੀਜ਼ ਹੈ ਪਰਮਾਤਮਾ, ਜਿਸ ਨੂੰ ਪਾ ਕੇ ਬਾਅਦ ਵਿੱਚ ਫਿਰ ਕੋਈ ਪਾਉਣ ਦੀ ਇੱਛਾ ਨਹੀਂ ਰਹਿੰਦੀ। ਸਭ ਕੁਛ ਹੀ ਹਾਥੀ ਦੇ ਪੈਰ ਵਿੱਚ, ਸਾਰੇ ਹੀ ਪੈਰ ਆ ਜਾਂਦੇ ਆ। ਜਦੋਂ ਪਰਮਾਤਮਾ ਦਾ ਗਿਆਨ ਹੋ ਜਾਂਦਾ, ਜੋਤ ਦਾ ਪ੍ਰਕਾਸ਼ ਹੋ ਜਾਂਦਾ, ਫਿਰ ਬਾਕੀ ਕੋਈ ਮੰਗ ਨਹੀਂ ਰਹਿੰਦੀ। ਤਤਵ ਮਸੀਵੇ ਦਾਰਥ ਪਰਮਾਨਤ। ਵੇਦ ਵਿੱਚ ਉਸ ਨੂੰ ਤਤਮਸੀ, ਤਤ ਤਵੰ ਅਸੀਂ, ਤਤ ਉਹ, ਤਵੰ ਤੂੰ, ਅਸੀਂ ਹੈ ਉਹ ਤੂੰ ਹੈ, ਇਸ ਤਰ੍ਹਾਂ ਸਮਝਾਇਆ ਗਿਆ ਹੈ। ਸ਼ਾਮ ਵੇਦ ਦਾ ਇਹ ਬਚਨ ਹੈ ਤਤਮਸੀ। ਤੋ ਤਤਮਸੀ ਜਿਸ ਨੂੰ ਵੇਦ ਕਹਿੰਦੇ ਹਨ, ਵਾਹਿਗੁਰੂ ਸੋ ਸ੍ਰੀ ਗੁਰ ਠਾਨਤ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸੇ ਨੂੰ ਹੀ ਵਾਹਿਗੁਰੂ ਕਿਹਾ ਹੈ। ਆਖੋ ਸ੍ਰੀ ਵਾਹਿ। ਇਹ ਗੱਲ ਸਾਡੇ ਵਾਸਤੇ ਕੋਈ ਇੰਨੀ ਸਮਝਦੀ ਨਹੀਂ ਆ ਰਹੀ। ਇਹ ਉਹਨਾਂ ਪੰਡਤਾਂ ਦੀ ਜਿਹੜੇ ਕਾਸ਼ੀ ਦੇ ਬਹੁਤ ਜ਼ਿਆਦਾ ਪੜ੍ਹੇ ਡੂੰਘੇ ਵਿਦਵਾਨ ਨੇ, ਉਹਨਾਂ ਨੂੰ, ਕਿਉਂਕਿ ਉਹ ਛੋਟੀ ਮੋਟੀ ਗੱਲ ਨੂੰ ਪਰੇ ਕੱਟ ਕੇ ਸਿੱਟ ਦਿੰਦੇ ਆ, ਉਹਨਾਂ ਦੀ ਬੋਲੀ 'ਚ ਹੀ ਸਮਝਾਇਆ ਜਾ ਰਿਹਾ। ਭਾਈ ਸਾਹਿਬ ਸਮਝਾ ਸਕਦੇ, ਭਾਈ ਗੁਰਦਾਸ ਜੀ ਕਹਿੰਦੇ ਜਿਹਨੂੰ ਵੇਦ ਤਤਮਸੀ ਕਹਿੰਦੇ ਆ, ਜੇ ਤਤਮਸੀ ਦਾ ਅਰਥ ਕਰੀਏ ਬਹੁਤ ਡੂੰਘਾ ਜਾਏਗਾ। ਉਹ ਇੱਥੇ ਹੁਣ ਸਮਾਂ ਨਹੀਂ, ਅੱਗੇ ਕਥਾ ਵਿੱਚ ਕਿਤੇ ਪ੍ਰਕਰਨ ਆਇਆ ਤੇ ਉਹ ਖੋਲਾਂਗੇ। ਭਾਈ ਦਇਆ ਸਿੰਘ ਸਾਹਿਬ ਜੀ ਨੇ ਉਹ ਖੋਲ੍ਹਿਆ ਸੀ। ਪੰਜਾਂ ਪਿਆਰਿਆਂ ਦੇ ਜਿਹੜੇ ਜਥੇਦਾਰ ਸਨ, ਉਹਨਾਂ ਨੂੰ ਸਿੰਘਾਂ ਨੇ ਪੁੱਛਿਆ ਸੀ, ਮਹਾਰਾਜ ਆਤਮਾ ਕੀ ਹੈ, ਮਨ ਕੀ ਹੈ, ਬੁੱਧੀ ਕੀ ਹੈ, ਇਹ ਕਰਮ ਕੀ ਹਨ, ਔਰ ਜਿਹੜੀਆਂ ਜਾਗਰਤ, ਸੁਪਨ, ਸੁਖੋਪਤੀ ਜੀਵ ਦੀਆਂ 3 ਅਵਸਥਾ, ਚੌਥੀ ਜੋ ਮੂਰਛਾ ਔਰ ਤੁਰੀਆ, ਇਹ ਸਾਰੀਆਂ ਅਵਸਥਾ ਬਾਰੇ ਦੱਸੋ। ਤੇ ਭਾਈ ਸਾਹਿਬ ਨੇ ਉਹ 15 ਸਵਾਲਾਂ ਦਾ ਜਵਾਬ ਦਿੱਤਾ ਸੀ। ਉਹ ਬਹੁਤ ਡੂੰਘਾ ਵਿਸ਼ਾ ਹੈ। ਇੱਥੇ ਭਾਈ ਸਾਹਿਬ ਕਹਿ ਰਹੇ ਨੇ, ਭਾਈ ਗੁਰਦਾਸ ਜੀ ਕਹਿੰਦੇ, ਪੰਡਿਤ ਜੀ ਜਿਸ ਨੂੰ ਤਤਮਸੀ ਵੇਦ ਕਹਿੰਦੇ ਨੇ, ਉਸੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਕਹਿੰਦੇ ਨੇ। ਹਾਂਜੀ। ਨਾ ਅਨ ਕੈ ਮਨ ਬ੍ਰਹਮ ਪਛਾਨਤ। ਜਦੋਂ ਉੱਥੇ ਅਵਸਥਾ ਪਹੁੰਚਦੀ ਹੈ, ਜੀਵ ਆਤਮਾ ਪਰਮਾਤਮਾ 'ਚ ਲੀਨ ਹੁੰਦੀ ਹੈ, ਉੱਥੇ ਬ੍ਰਹਮ ਹੀ ਦਿਸਦਾ ਹੈ, ਅਨੇਕਤਾ ਨਹੀਂ ਦਿਸਦੀ। ਅਨੇਕਤਾ ਨਹੀਂ ਦਿਸਦੀ, ਏਕਤਾ, ਇੱਕ ਓੰਕਾਰ ਉੱਥੋਂ ਸ਼ੁਰੂ ਹੁੰਦਾ। ਫਿਰ ਅੱਜ ਆਪਾਂ ਜੱਪੀ ਤਾਂ ਜਾਂਦੇ ਹਾਂ, ਇੱਕ ਓੰਕਾਰ ਕਹਿੰਦੇ ਵੀ ਇੱਕ ਓੰਕਾਰ, ਪਰ ਸੱਕੇ ਭਰਾ ਨਾਲ ਤੇ ਸਾਡੀ ਦੁਸ਼ਮਣੀ ਹੈ। ਬੰਦੇ ਨੂੰ ਤੇ ਬੰਦਾ ਸਮਝਦੇ ਨਹੀਂ ਅਸੀਂ। ਜਦੋਂ ਇੱਕ ਓੰਕਾਰ ਦਾ ਮਤਲਬ ਹੈ ਵੀ ਇੱਕੋ ਸੂਤਰ ਸਾਰੇ ਮਣਕਿਆਂ 'ਚ ਪਰੋਇਆ ਹੋਇਆ, ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਸੂਤਰ ਇੱਕੋ ਹੀ ਹੈ, ਮਾਲਾ ਦੇ ਮਣਕੇ ਕਈ ਨੇ। ਉਹ ਮਣਕਿਆਂ ਵਿੱਚ ਮੋਟੇ ਮਣਕੇ ਵੀ ਨੇ, ਪਤਲੇ ਮਣਕੇ ਵੀ ਨੇ, ਕਾਲੇ ਵੀ ਨੇ, ਪੀਲੇ ਵੀ ਨੇ, ਨੀਲੇ ਵੀ ਨੇ, ਸਭ ਤਰ੍ਹਾਂ ਦੇ ਮਣਕੇ। ਪਰ ਧਾਗਾ ਤੇ ਮਾਲਾ ਦਾ ਇੱਕੋ ਹੀ ਹੋਏਗਾ ਨਾ। ਉਹ ਸਗਲ ਸਮਗਰੀ ਤੁਮਰੇ ਸੂਤਰ ਸਾਰੇ ਸਮਝਦੇ ਹੋ, ਧਾਗਾ ਸੂਤਰ ਸਾਰਿਆਂ ਦੇ ਵਿੱਚ ਇੱਕੋ ਹੀ ਹੈ। ਸਾਰੀ ਸਮੱਗਰੀ ਮਣਕੇ ਹੈ। ਆਪਾਂ ਸਾਰੇ ਸਰੀਰ ਮਣਕਿਆਂ ਵਿੱਚ ਇੱਕ ਧਾਗਾ ਹੈ, ਉਹ ਅਕਾਲ ਪੁਰਖ ਹੈ। ਕਹਿੰਦੇ ਫਿਰ ਇੱਕੋ ਹੀ ਦਿਸਦਾ, ਫਿਰ 2 ਨਹੀਂ ਹੁੰਦੇ। ਹਾਂਜੀ। ਇੱਕ 10 ਰੁਦਰ ਦਸੋ ਹਰ ਜਾਣਤ। ਕਹਿੰਦੇ ਫਿਰ ਵਿਸ਼ਨੂੰ ਦੇ 10 ਅਵਤਾਰ ਵੀ ਤੇ ਸ਼ਿਵ ਜੀ ਦੇ 11 ਰੁਦਰ ਸਰੂਪ ਵੀ, ਫਿਰ 11 ਨਹੀਂ ਦਿਸਦੇ, ਫਿਰ 10 ਨਹੀਂ ਦਿਸਦੇ, ਫਿਰ ਇੱਕੋ ਹੀ ਹੋ ਜਾਂਦਾ। ਸਭ ਮੈਂ ਜੋਤ ਜੋਤ ਹੈ ਸੋਏ, ਦਿਸਦਾ ਚਾਨਣ ਸਭ ਮੈਂ ਚਾਨਣ ਹੋਏ। ਬ੍ਰਹਮ ਗਿਆਨੀ ਨੂੰ ਵੱਖਰਾ ਵੱਖਰਾ ਨਹੀਂ ਦਿਸਦਾ, ਬ੍ਰਹਮ ਗਿਆਨੀ ਨੂੰ ਇੱਕ ਦਿਸਦਾ, ਤੇ ਭਰਮ ਗਿਆਨੀ ਨੂੰ ਇੱਕ ਨਹੀਂ ਦਿਸਦਾ, ਉਹਨੂੰ ਵੱਖਰਾ ਵੱਖਰਾ ਹੀ ਦਿਸਦਾ। ਜਿਸ ਬੰਦੇ ਦੀਆਂ ਅੱਖਾਂ ਵਿੱਚ ਇੱਕ ਦੋਸ਼ ਹੁੰਦਾ, ਜਿਹੜੇ ਡਾਕਟਰ ਨੇ ਨਾ ਅੱਖਾਂ ਵਾਲੇ, ਤੁਸੀਂ ਉਹਨਾਂ ਨੂੰ ਪੁੱਛ ਲੈਣਾ, ਇੱਕ ਇਹੋ ਜਿਹੀ ਬਿਮਾਰੀ ਹੋ ਜਾਂਦੀ ਹੈ ਬੰਦੇ ਨੂੰ 2-2 ਚੀਜ਼ਾਂ ਦਿਸਣ ਲੱਗ ਜਾਂਦੀਆਂ।
ਉਹਨੂੰ 2 ਚੰਦਰਮਾ ਦਿਸਣੇ, 2 ਬੰਦਾ ਇੱਕ ਤੁਰਿਆ ਆਉਂਦਾ ਉਹਨੂੰ 2 ਦਿਸਦੇ ਆ। ਇਦਾਂ ਦੀ ਬਿਮਾਰੀ ਹੁੰਦੀ ਹੈ ਸਾਧ ਸੰਗਤ ਜੀ। ਸੰਸਾਰੀਆਂ ਨੂੰ ਇਦਾਂ ਦੀ ਬਿਮਾਰੀ ਹੈ, ਉਹਨਾਂ ਨੂੰ ਚੰਗਾ ਮਾੜਾ ਵਧੀਆ ਘਟੀਆ ਆਪਣਾ ਬਗਾਨਾ ਸਹੀ ਗਲਤ ਇਉਂ ਦਿਸਦਾ, ਤੇ ਬ੍ਰਹਮ ਗਿਆਨੀ ਨੂੰ ਇੱਕ ਦਿਸਦਾ ਵੀ ਜੋ ਦਿਸੈ ਸੋ ਤੇਰਾ ਰੂਪ, ਦੂਜਾ ਕੋਈ ਹੈ ਹੀ ਨਹੀਂ। ਹਾਂਜੀ, ਨਵ ਵਿਦ ਪ੍ਰਣਵ ਵਿਸਵ ਕ੍ਰਿਤ ਕਾਰਨ। ਜੋ ਵਿਦਵਾਨਾਂ ਨੇ ਪ੍ਰਣਵ ਓੰਕਾਰ ਦੇ 9 ਪ੍ਰਕਾਰ ਨਾਲ ਫਿਰ ਅੱਗੇ 64 ਪ੍ਰਕਾਰ ਨਾਲ ਅਰਥ ਕੀਤੇ ਨੇ, ਫਿਰ ਉਹ ਵੱਖਰੇ ਵੱਖਰੇ ਨਹੀਂ ਦਿਸਦੇ, ਫਿਰ ਇੱਕ ਹੀ ਦਿਸਦਾ ਹੈ। ਹਾਂਜੀ, ਚਤੁਰ ਵਰਗ ਦਾ ਭਵ ਜਨ ਤਾਰਨ। 4 ਮੁਕਤੀਆਂ ਦੇਣ ਵਾਲਾ, ਭਵ ਸਾਗਰ ਤੋਂ ਪਾਰ ਲੰਘਾਉਣ ਵਾਲਾ, ਫਿਰ ਵਾਹਿਗੁਰੂ ਸਮਝ ਵਿੱਚ ਆਉਂਦਾ। ਇੱਕ ਓੰਕਾਰ ਇੱਕ ਹੈ। ਹਾਂਜੀ, ਸੁਰ ਤਰ ਸਿਮਰਨ ਕੋ ਸੁਖ ਦਾਤਾ। ਕਹਿੰਦੇ ਇਹ ਜਿਹੜਾ ਸਿਮਰਨ ਹੈ ਵਾਹਿਗੁਰੂ 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 ਵਾਹਿਗੁਰੂ, ਇਹ ਕਲਪ ਬਿਰਛ ਦੀ ਤਰ੍ਹਾਂ ਹੈ। ਜਿਵੇਂ ਦੇਵਤਿਆਂ ਦੇ ਬਾਗ ਵਿੱਚ ਕਹਿੰਦੇ ਕਲਪ ਬਿਰਛ ਹੈ, ਜਿਹੜਾ ਉਹਦੇ ਕੋਲ ਜਾਵੇ, ਜਿਹੜਾ ਫਲ ਮੰਗੇ ਉਹੀ ਮਿਲ ਜਾਂਦਾ। ਅੰਬਾਂ ਦੇ ਬੂਟੇ ਤੋਂ ਅੰਬ ਤਾਂ ਮਿਲ ਸਕਦੇ, ਸੰਤਰੇ ਨਹੀਂ ਮਿਲੇ ਕਦੀ। ਸੰਤਰਿਆਂ ਦੇ ਬੂਟੇ ਤੋਂ ਕਦੀ ਅਨਾਰ ਨਹੀਂ ਲੱਭੇ। ਤੇ ਸਾਧ ਸੰਗਤ ਜੀ, ਜਿੰਨੇ ਵੀ ਨੇ ਫਲ ਇੱਕ ਇੱਕ ਫਲ ਦਿੰਦੇ ਆ ਬੂਟੇ, ਪਰ ਇੱਕ ਉਹ ਬੂਟਾ ਮੰਨਦੇ ਨੇ, ਕਹਿੰਦੇ ਸਾਰੇ ਫਲ ਦਿੰਦਾ। ਪਰ ਉਹਦੇ ਕੋਲ ਹੁਣ ਸਵਰਗਾਂ 'ਚ ਕੌਣ ਜਾਵੇ? ਗੁਰੂ ਨਾਨਕ ਦੇਵ ਜੀ ਨੇ ਉਹ ਸਾਨੂੰ ਲਿਆ ਕੇ ਦਿੱਤਾ, ਇੱਕੋ ਹੀ ਬੂਟਾ ਫਲ ਸਾਰੇ ਦਿੰਦਾ। ਸਾਰੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾ। ਇੱਕੋ ਬੂਟਾ ਲਾਤਾ ਵਾਹਿਗੁਰੂ ਦਾ। ਵਾਹਿਗੁਰੂ ਜਪੋ ਤੁਹਾਨੂੰ ਧਰਮ ਵੀ ਮਿਲੇਗਾ, ਵਾਹਿਗੁਰੂ ਜਪੋ ਤੁਹਾਨੂੰ ਅਰਥ ਵੀ ਮਿਲੇਗਾ, ਵਾਹਿਗੁਰੂ ਜਪੋ ਤੁਹਾਨੂੰ ਕਾਮ ਵੀ ਮਿਲੇਗਾ, ਤੇ ਵਾਹਿਗੁਰੂ ਜਪੋ ਤੁਹਾਨੂੰ ਮੋਕਸ਼ ਮੁਕਤੀ ਵੀ ਮਿਲੇਗੀ। 4 ਪਦਾਰਥ ਜਿਸ ਵਾਹਿਗੁਰੂ ਦੇ ਨਾਮ 'ਚੋਂ ਮਿਲਦੇ ਨੇ, ਉਹ ਬੂਟਾ ਹੈ ਪਾਰ ਜਾਤ, ਉਹ ਹੈ ਕਲਪ ਬਿਰਛ, ਉਹ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਨਾ, ਪਾਰ ਜਾਤ ਹਰ ਹਰ ਰੁੱਖ। ਵਾਹਿਗੁਰੂ 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 ਐਸਾ ਰੁੱਖ ਲਾ ਦਿੱਤਾ, ਸਿੱਖੋ ਤੁਹਾਡੇ ਹਿਰਦੇ ਵਿੱਚ ਸਾਰੇ ਹੀ ਪਦਾਰਥ ਪ੍ਰਗਟ ਹੋ ਜਾਂਦੇ ਹਨ। ਚਿੰਤਾ ਮਣ ਚਿੰਤਤ ਹਰ ਗਿਆਤਾ। ਇੱਕ ਚਿੰਤਾਮਣੀ ਹੁੰਦੀ ਹੈ, ਪਹਿਲਾਂ ਤਾਂ ਲੱਭਦੀ ਨਹੀਂ, ਜੇ ਕਿਸੇ ਨੂੰ ਲੱਭ ਜਾਵੇ ਤੇ ਕਹਿੰਦੇ ਨੇ ਉਹ ਬੰਦਾ ਜਿਹੜੀ ਗੱਲ ਨੂੰ ਚਿਤਵੇ ਉਹੀ ਹੋ ਜਾਂਦੀ ਹੈ। ਚਿੰਤਾਮਣੀ ਜਿਹਦੇ ਕੋਲ ਹੋਵੇ, ਉਹ ਜੋ ਵੀ ਚਿੰਤਨ ਕਰੇ ਉਹ ਚੀਜ਼ ਉਹਦੀ ਜੇਬ 'ਚ ਆ ਜਾਂਦੀ ਹੈ। ਕਹਿੰਦੇ ਵਾਹਿਗੁਰੂ ਦਾ ਨਾਮ ਹੀ ਅਸਲ ਚਿੰਤਾਮਣੀ ਹੈ। ਵਾਹਿਗੁਰੂ ਵਾਹਿਗੁਰੂ ਹੀ ਅਸਲ ਚਿੰਤਾਮਣੀ ਹੈ। ਉਹ ਦੂਜੀਆਂ ਮਣੀਆਂ ਸੱਪਾਂ ਸੁੱਪਾਂ ਦੇ ਸਿਰਾਂ 'ਚੋਂ ਤਾਂ ਨਿਕਲਦੀਆਂ, ਲੈਣ ਵਾਲੇ ਬੜੇ ਯਤਨ ਕਰਦੇ ਆ, ਕਈ ਆਪਣੀ ਜਾਨ ਗਵਾ ਲੈਂਦੇ। ਹਜੂਰ ਸਾਹਿਬ ਇੱਕ ਬੰਦਾ ਸਾਨੂੰ ਮਿਲਿਆ, ਕਹਿੰਦਾ ਜੀ ਮੈਨੂੰ 80 ਸਾਲ ਹੋ ਗਏ, ਬੜਾ ਬਜ਼ੁਰਗ 90 ਸਾਲ ਤੋਂ ਉੱਤੇ, ਕਹਿੰਦਾ ਮੈਂ ਤੇ ਇੱਥੇ ਉਹ ਨਗੀਨੇ ਘਾਟ ਕੋਲ ਕਹਿੰਦਾ ਰੋਜ਼ ਆਉਣਾ। ਮੈਂ ਕੀ ਗੱਲ? ਕਹਿੰਦਾ ਮੈਨੂੰ ਪਤਾ ਵੀ ਇੱਥੇ ਇੱਛਾਧਾਰੀ ਨਾਗ ਰਹਿੰਦਾ, ਉਹਦੇ ਕੋਲ ਮਣੀ ਹੈ, ਤੇ ਮੇਰੇ ਬਜ਼ੁਰਗਾਂ ਨੇ ਮੈਨੂੰ ਦੱਸੀ ਸੀ ਗੱਲ, ਕਹਿੰਦੇ ਮੈਂ ਉਹਦੇ ਦਰਸ਼ਨ ਹੀ ਕਰਨੇ ਆ। ਤੇ ਸਾਧ ਸੰਗਤ ਜੀ 90 ਸਾਲ ਉਸ ਕੰਮ ਤੇ ਲਾਤੇ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਇੱਕ ਚਿੰਤਾਮਣੀ ਜਿਹੜੀ ਗੁਰਬਾਣੀ 'ਚ ਲਿਖੀ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਤੇ ਫਿਰ ਸਾਰੀਆਂ ਇੱਛਾ ਪੂਰੀਆਂ ਹੋ ਜਾਣੀਆਂ ਸੀ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਂ ਕੈ ਵਸ ਹੈ ਕਾਮ ਤੇ ਨਾ। ਅਸਲ ਜਿਹੜੀ ਮਣੀ ਹੈ ਉਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਮੰਤਰ ਹੀ ਦਿੱਤੀ ਹੈ। ਹਾਂਜੀ, ਵਾਸੁਦੇਵ ਸਤਿਜੁਗ ਮਣ ਨਾਮ। ਸੋ ਵਾਸੁਦੇਵ ਇਹ ਸਤਿਜੁਗ ਦੇ ਵਿੱਚ ਸਾਰਿਆਂ ਤੋਂ ਸ਼੍ਰੋਮਣੀ ਨਾਮ ਸੀ। ਭਾਈ ਗੁਰਦਾਸ ਜੀ ਲਿਖਦੇ ਨੇ, ਸਤਿਜੁਗ ਸਤਿਗੁਰੂ ਵਾਸ, ਸਤਿਗੁਰੂ ਵਾਸੁਦੇਵ ਵਾਵਾ ਵਿਸ਼ਨਾ ਨਾਮ ਜਪਾਵੈ। ਸਤਿਜੁਗ ਦੇ ਵਿੱਚ ਸਾਰੇ ਵਾਸੁਦੇਵ, ਵਾਸੁਦੇਵ ਵਿਸ਼ਨੂੰ, ਵਿਸ਼ਵ ਦਾ ਮਾਲਕ, ਉਹਦਾ ਨਾਮ ਜਪਦੇ ਸਨ। ਵਿਸ਼ਨੂੰ ਦਾ ਮਤਲਬ ਜੋ ਵਿਸ਼ਵ ਦੇ ਵਿੱਚ ਵਿਆਪਕ ਹੋਵੇ। ਵਾਸੁਦੇਵ ਦਾ ਅਰਥ ਹੈ ਜੋ ਵਸ ਕੇ ਪ੍ਰਕਾਸ਼ ਦੇ ਰਿਹਾ ਹੋਵੇ ਸਾਰਿਆਂ ਦੇ ਅੰਦਰ, ਉਹ ਵਾਸੁਦੇਵ। ਵਾਵਾ ਅੱਖਰ ਵਾਹਿਗੁਰੂ ਦੇ ਵਿੱਚ ਪਹਿਲਾ ਮੌਜੂਦ ਹੈ। ਇਸ ਕਰਕੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਆ, ਤੁਸੀਂ ਕਿਵੇਂ ਕਹਿੰਦੇ ਹੋ ਵੀ ਵਾਹਿਗੁਰੂ ਮੰਤਰ ਪ੍ਰਮਾਣਿਕ ਨਹੀਂ? ਸਤਿਜੁਗ ਵਿੱਚ ਤੇ ਵਾਵਾ ਹੀ ਜਪਦੇ ਸਨ। ਹਰ ਹਰ ਤ੍ਰੇਤਾ ਫਲਦ ਅਕਾਮ। ਔਰ ਫਿਰ ਤ੍ਰੇਤੇ ਦੇ ਵਿੱਚ ਹਰੀ ਹਰੀ ਜਪਦੇ ਸਨ, ਫਲ ਦਿੰਦਾ ਸੀ।
ਦੁਆਪਰ ਗੋਬਿੰਦ ਵਿਜੇ ਪ੍ਰਚੰਡ। ਤੇ ਦੁਆਪਰ ਵਿੱਚ ਗੋਬਿੰਦ ਕ੍ਰਿਸ਼ਨ ਜੀ ਨੂੰ ਗੋਬਿੰਦ ਕਹਿੰਦੇ ਸਨ। ਵਿਜੇ ਪ੍ਰਚੰਡ ਜਿਹੜੇ ਹਰ ਮੈਦਾਨ ਜੰਗ ਫਤਿਹ ਕਰ ਲੈਂਦੇ ਸਨ। ਕਲ ਕੇਵਲ ਰਾਕਾਰ ਅਖੰਡ। ਤੇ ਕਲਯੁਗ ਵਿੱਚ ਰਾਮ 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 ਪਰਮੇਸ਼ਰ ਦਾ ਨਾਮ ਸਾਧੂ ਜਪਦੇ ਨੇ। ਜਿਹੜਾ ਸਾਰਿਆਂ ਦਾ ਭਲਾ ਕਰੇ, ਸਾਰਿਆਂ ਵਿੱਚ ਵਸਦਾ ਹੋਵੇ, ਅਖੰਡ, ਟੋਟੇ ਟੋਟੇ ਨਾ ਹੋਣ। ਅਖੰਡ ਕਹਿੰਦੇ ਜਿਹਦੇ ਟੋਟੇ ਟੋਟੇ ਨਾ ਹੋਣ। ਇੱਥੇ ਹੈ ਉੱਥੇ ਨਹੀਂ, ਉੱਥੇ ਹੈ ਉੱਥੇ ਨਹੀਂ। ਕਹਿੰਦੇ ਜਿਹੜਾ ਸਾਰਿਆਂ ਥਾਂ ਤੇ ਉਹਨੂੰ ਕਹਿੰਦੇ ਰਾਮ। ਤੇਲ ਦੀ ਧਾਰਾ ਪੈ ਰਹੀ ਹੋਵੇ, ਤੁਸੀਂ ਪਾਣੀ ਦੀ ਧਾਰ ਪਾਓ ਨਾ, ਵਿੱਚ ਟੁੱਟਦੇ ਆ, ਪਰ ਜੇ ਤੇਲ ਪਾਓ ਤੇ ਉਹਦੀ ਪਲੀਆਂ ਧਾਰ ਵੱਜ ਕੇ ਪੈਂਦੀ ਹੈ। ਪਰਮਾਤਮਾ ਤੇਲ ਦੀ ਧਾਰਾ ਤਰ੍ਹਾਂ ਲਗਾਤਾਰ ਇੱਕੋ ਜਿਹਾ ਵਿਆਪਕ। ਮਹਾਂਪੁਰਸ਼ਾਂ ਨੇ ਸਮਝਾਉਣ ਦੇ ਲਈ ਲੀਲਾਂ ਦਿੱਤੀਆਂ। ਕਹਿੰਦੇ ਜਿਹੜਾ ਅਖੰਡ ਹੋ ਕੇ ਸਰਵ ਵਿਆਪਕ, ਕੋਈ ਵੀ ਥਾਂ ਨਹੀਂ, ਇਹ ਨਹੀਂ ਵੀ ਕੀੜੀ 'ਚ ਹੈ ਨਹੀਂ, ਹਾਥੀ 'ਚ, ਹਾਥੀ 'ਚ ਨਹੀਂ ਜਾਂ ਕੀੜੀ 'ਚ, ਸਾਰਿਆਂ ਵਿੱਚ ਹੈ, ਉਸ ਨੂੰ ਰਾਮ ਕਹਿੰਦੇ ਹਨ, ਰਮਿਆ ਹੋਇਆ। ਵੇਦ ਚਤਰ ਜੁਗ ਜਿਹ ਨਿਸਤਾਰੇ। ਇਸ ਨਾਮ ਨੇ ਹੀ ਵੇਦਾਂ ਦਾ ਬੇੜਾ ਬੰਨੇ ਲਾਇਆ ਹੈ। ਚੌਹਾਂ ਵੇਦਾਂ ਦਾ ਗਿਆਨ ਵੀ ਇਹੀ ਹੈ। ਚੌਹਾਂ ਯੁੱਗਾਂ 'ਚ ਨਾਮ ਨਾਲ ਹੀ ਪਾਰ ਉਤਾਰਾ ਹੋਇਆ। ਸਾਰੇ ਵੇਦ ਇਹੀ ਕਹਿੰਦੇ ਨੇ, ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰ ਹੈ ਜਿਉਂ ਬੇਤਾਲਿਆ। ਵੇਦਾਂ ਵਿੱਚ ਤਾਂ ਪਰਮੇਸ਼ਰ ਦਾ ਨਾਮ ਹੀ ਉੱਤਮ ਹੈ, ਉਹਨੂੰ ਕਦੀ ਸੁਣਦਾ ਹੀ ਨਹੀਂ। ਉੱਦਾਂ ਤਾਂ ਵੇਦ ਪੜ੍ਹੀ ਜਾਂਦੇ ਆ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਪੜ੍ਹੀ ਜਾਂਦੇ ਹਾਂ, ਪਰ ਵਿੱਚ ਜਿਹੜੀ ਬਾਰ-ਬਾਰ ਇੱਕ ਗੱਲ ਆਉਂਦੀ, ਨਾਮ ਜਪੋ, ਉਹਦੇ ਵੱਲ ਧਿਆਨ ਕੋਈ ਨਹੀਂ। ਉਹਨੂੰ ਟੀਚਰਾਂ ਕਰਦੇ ਅੱਜ ਕੱਲ੍ਹ ਦੇ ਪ੍ਰਚਾਰਕ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋ ਚੱਲਿਆ, ਤੋਤਾ ਰੱਟਣੀ ਹੈ। ਖਾਲਸਾ ਜੀ, ਇਹ ਤਾਂ ਅੱਗੇ ਚੱਲ ਕੇ ਬਚਨ ਆਉਣੇ ਨੇ ਬਈ ਇਹ ਤਾਂ ਜਪਿਆ ਹੀ ਪਤਾ ਲੱਗਣਾ। ਜਿਨ੍ਹਾਂ ਨੇ ਟੀਚਰਾਂ ਕਰਨੀਆਂ, ਉਹਨਾਂ ਨੇ ਟੀਚਰਾਂ ਵੀ ਕਰੀ ਜਾਣੀਆਂ। ਉਹਨਾਂ ਨੂੰ ਕੀ ਪਤਾ ਹੁਣ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ, ਉਹਨੂੰ ਕੀ ਪਤਾ। ਬਾਂਦਰ ਨੂੰ ਮਣੀ ਦੇਤੀ, ਉਹ ਪੱਥਰ ਦੇ ਰੱਖ ਕੇ ਉੱਤੇ ਦੂਜਾ ਪੱਥਰ ਮਾਰ ਕੇ ਤੋੜ ਲੇਗਾ। ਤੇ ਜੇ ਮਣੀ ਮਿਲ ਗਈ ਕਿਸੇ ਪਾਰਖੂ ਨੂੰ, ਉਹ ਉਹਨੂੰ ਆਪਣੇ ਮੱਥੇ ਤੇ ਲਾਏਗਾ, ਉਹਨੂੰ ਗਲ 'ਚ ਪਾਏਗਾ, ਉਹਨੂੰ ਸਾਂਭ ਕੇ ਰੱਖੇਗਾ। ਵਾਹਿਗੁਰੂ ਮੰਤਰ ਬੜੀ ਵੱਡੀ ਸ਼ਕਤੀ ਹੈ। ਸ੍ਰੀ ਸਤਿਗੁਰੂ ਮਹਾਰਾਜ ਦਾ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਵਿੱਚ ਪ੍ਰਗਟ ਕੀਤਾ। ਵੈਸੇ ਮਹਾਰਾਜ ਨੇ ਕਲਪ ਕਲਪ ਪਰਤੇ ਅਕਸ਼ਰ ਕਈ, ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਸਭ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਸ੍ਰੀ ਮੁਖ ਵਾਕ ਪਾਤਸ਼ਾਹੀ 10ਵੀਂ ਸ੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਵਾਹਿਗੁਰੂ ਦਾ ਮਹਾਤਮ 10ਵੇਂ ਪਾਤਸ਼ਾਹ ਨੇ ਲਿਖਿਆ। ਉਹ ਕਹਿੰਦੇ ਇੱਕ ਇੱਕ ਕਲਪ ਮਹਾਰਾਜ ਗੁਰੂ ਨਾਨਕ ਸਾਹਿਬ ਇੱਕ ਇੱਕ ਅੱਖਰ ਦਾ ਜਾਪ ਕੀਤਾ। ਪਹਿਲਾਂ ਜਿਹੜਾ ਮੰਤਰ ਜਪਿਆ ਨਾ ਹੋਵੇ ਉਹ ਅਸਰ ਨਹੀਂ ਕਰਦਾ। ਪਹਿਲਾਂ ਆਪ ਜਪੋ। ਪੰਜਾਂ ਪਿਆਰਿਆਂ 'ਚ ਲੱਗਣ ਵਾਲੇ ਸਿੰਘ ਵੀ ਜੇ ਵਾਹਿਗੁਰੂ ਮੰਤਰ ਦੇ ਅਭਿਆਸੀ ਹੋਣ, ਜਿਹਨੂੰ ਵੀ ਅੰਮ੍ਰਿਤ ਛਕਾਉਣਗੇ, ਉਹਦੇ ਰੋਮ ਰੋਮ 'ਚ ਵਾਹਿਗੁਰੂ ਵਸ ਜਾਏਗਾ। ਤੇ ਜੇ ਕਦੀ ਆਪ ਵਾਹਿਗੁਰੂ ਆਖਿਆ ਨਹੀਂ, ਦੂਜਿਆਂ ਨੂੰ ਕਹੋ ਵਾਹਿਗੁਰੂ, ਉਹ ਕਿੱਥੇ, ਖਾਲੀ ਬੰਦੂਕ ਥੋੜ੍ਹਾ ਖੜਕੇਗੀ, ਭਰੀ ਹੋਈ ਜੋ ਠਾ ਗੋਲੀ ਚੱਲੇਗੀ, ਨਿਸ਼ਾਨੇ ਵੱਜੇਗੀ, ਤੇ ਖਾਲੀ ਦਾ ਘੋੜਾ ਟੱਕ ਕਰਕੇ ਬੰਦ ਹੋ ਜਾਏਗਾ। ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜੇ ਵਾਹਿਗੁਰੂ ਮੰਤਰ ਦੇ ਅਭਿਆਸੀ ਹਨ, ਉਹਨਾਂ ਦੀ ਮਹਾਰਾਜ ਸਾਹਿਬ ਜੀ ਅਵਸਥਾ ਦਿੰਦੇ। ਖਾਲਸੇ ਨੂੰ ਜਪਣ ਤੋਂ ਪਹਿਲਾਂ ਆਪ ਜਪਿਆ, ਦੇਣ ਤੋਂ ਪਹਿਲਾਂ ਆਪ ਜਪਿਆ ਮਹਾਰਾਜ ਨੇ। ਕਲਪ ਕਲਪ ਜੁਗਾਂ ਪ੍ਰਯੰਤ ਸਤਿਗੁਰੂ ਵਾਹਿਗੁਰੂ ਦੇ 4 ਅੱਖਰਾਂ ਨੂੰ ਸਿੱਧ ਕਰਕੇ ਫਿਰ ਦ੍ਰਿੜ ਕਰਾਇਆ ਹੈ ਖਾਲਸੇ ਨੂੰ। ਵਾਹਿਗੁਰੂ ਅਵਲੰਬ ਹਮਾਰੇ। ਭਾਈ ਗੁਰਦਾਸ ਜੀ ਕਹਿੰਦੇ, ਪੰਡਤੋ, ਵਾਹਿਗੁਰੂ ਸਾਨੂੰ ਆਸਰਾ ਹੈ ਬੜਾ ਵੱਡਾ। ਸਾਡਾ ਇੱਕੋ ਹੀ ਆਸਰਾ ਹੈ, ਇੱਕੋ ਹੀ ਆਸਰਾ। 2 ਆਸਰੇ ਰੱਖੋਗੇ ਡੁੱਬ ਜਾਓਗੇ। ਮੰਤਰ ਵੀ ਇੱਕੋ ਹੀ ਰੱਖਣਾ ਸਾਧ ਸੰਗਤ ਜੀ। ਅੱਜ ਮੰਤਰ ਹੋਰ ਜਪ ਲਿਆ। ਮਸ਼ਕੀਨ ਜੀ ਕਹਿੰਦੇ ਹੁੰਦੇ ਸੀ, ਉਹ ਕਹਿੰਦੇ ਮਹੀਨਾ ਵਾਹਿਗੁਰੂ ਜਪ ਲਿਆ, ਮਹੀਨਾ ਰਾਮ ਜਪ ਲਿਆ, ਮਹੀਨਾ ਕਿਸੇ ਹੋਰ ਬਾਬੇ ਦਾ ਮੰਤਰ ਜਪ ਲਿਆ, ਫਿਰ ਮਹੀਨਾ ਕਿਸੇ ਸਰਸੇ ਵਾਲੇ ਕੋਲ ਚਲੇ ਗਏ, ਉੱਥੇ ਜਪ ਲਿਆ। ਫਿਰ ਇੱਦਾਂ ਮੰਤਰ ਬਦਲਦੇ 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 ਚਲੇ ਗਏ ਦੁਨੀਆ ਤੋਂ। ਕਹਿੰਦੇ ਨਾ ਇੱਧਰ ਦੇ ਰਹੇ ਨਾ ਉੱਧਰ ਦੇ, ਮੰਤਰ ਇੱਕੋ ਹੀ, ਜਿਹੜਾ ਤੁਹਾਨੂੰ ਤੁਹਾਡੇ ਗੁਰੂ ਨੇ ਦਿੱਤਾ ਬਸ ਉਹੀ ਜਪੋ। ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਵਾਹਿਗੁਰੂ ਮੰਤਰ, ਬਾਕੀ ਮੰਤਰਾਂ ਦੀ ਨਿੰਦਾ ਨਹੀਂ ਕਰਨੀ। ਜਿੰਨੇ ਵੀ ਕੋਈ ਜਪ ਰਿਹਾ, ਕਿਸੇ ਦੀ ਗੁਰੂ ਗ੍ਰੰਥ ਸਾਹਿਬ 'ਚ ਨਿੰਦਾ ਨਹੀਂ ਹੈ। ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਕੋਈ ਅੱਲਾ ਅੱਲਾ ਜਪਦਾ, ਕੋਈ ਰਾਮ ਰਾਮ ਜਪਦਾ, ਕੋਈ ਵਾਹਿਗੁਰੂ ਜਪਦਾ, ਕੋਈ ਜਪਦਾ, ਉਹਦਾ ਮੰਤਰ। ਸਾਨੂੰ ਜਿਹੜਾ ਗੁਰੂ ਨੇ ਦਿੱਤਾ ਅਸੀਂ ਉਹ ਜਪਣਾ। ਜਿਹੜੇ ਜਹਾਜ਼ ਤੇ ਸਾਨੂੰ ਚੜਾਇਆ ਅਸੀਂ ਉੱਤੇ ਚੜ੍ਹਨਾ। ਦੂਜੇ ਦੀ ਨਿੰਦਾ ਨਹੀਂ ਕਰਨੀ, ਮਾੜਾ ਨਹੀਂ ਕਹਿਣਾ ਕਿਸੇ ਨੂੰ। ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ, ਸਿਰ ਨਾਨਕ ਲੋਕਾਂ ਭਾਵ ਹੈ, ਮੇਰਾ ਹੋਵੇ ਸਿਰ। ਉਹਨਾਂ ਲੋਕਾਂ ਦੇ ਪੈਰ ਹੋਣ ਜਿਹੜੇ ਰੱਬ ਦੇ ਵੱਖਰੇ ਵੱਖਰੇ ਨਾਮ ਜਪ ਰਹੇ ਨੇ, ਪਰ
ਮੇਰਾ ਨਿਸ਼ਚਾ ਮੇਰੇ ਗੁਰੂ ਦੇ ਮੰਤਰ ਤੇ ਹੀ ਹੋਵੇ। ਆਖੋ ਸ੍ਰੀ ਵਾਹਿਗੁਰੂ। ਹਾਂਜੀ। ਥਾਵਰ ਜੰਗਮ ਬਨ ਤ੍ਰਿਣ ਮਾਹੀ। ਥਾਵਰ ਕਹਿੰਦੇ ਜਿਹੜੀ ਚੀਜ਼ ਇੱਕੋ ਥਾਂ ਤੇ ਪਈ ਹੋਵੇ, ਜੰਗਮ ਕਹਿੰਦੇ ਜਿਹੜੀ ਤੁਰਦੀ ਹੋਵੇ, ਬਨ ਤ੍ਰਿਣ ਜੰਗਲ ਤੇ ਘਾਹ ਦਾ ਇੱਕ ਤੀਲਾ, ਯਾਨੀ ਯੂਨਿਟ ਤੋਂ ਲੈ ਕੇ ਬਹੁਤ ਵੱਡੀਆਂ ਜਿਹੜੀਆਂ ਪਸਾਰੇ ਨੇ, ਸਾਰਿਆਂ ਵਿੱਚ ਇੱਕੋ ਹੀ ਜੋਤ ਹੈ। ਹਾਂਜੀ। ਸੂਤਰਾਤਮਕ ਇਸ ਬਿਨ ਕੋ ਨਾਹੀ। ਇਹ ਸੂਤਰਾਤਮਾ ਹੈ। ਜਿਵੇਂ ਪਹਿਲਾਂ ਦੱਸਿਆ ਨਾ ਵੀ ਧਾਗੇ ਇੱਕੋ ਹੀ ਧਾਗੇ 'ਚ ਕਿੰਨੇ ਹੀ ਮਣਕੇ ਪਰੋਏ ਤੇ ਮਾਲਾ ਬਣੀ ਹੋਈ ਹੈ। ਸਾਰਿਆਂ ਵਿੱਚ, ਜੜ ਵਿੱਚ ਵੀ ਉਹ ਹੈ, ਚੇਤਨ ਵਿੱਚ ਵੀ, ਪੱਥਰ 'ਚ ਵੀ ਉਹ ਹੈ, ਤੇ ਤੁਰੇ ਫਿਰੇ ਇਨਸਾਨਾਂ ਵਿੱਚ ਵੀ ਉਹ ਹੈ, ਕੀੜੀ 'ਚ ਵੀ ਉਹ ਹੈ, ਹਾਥੀ 'ਚ ਵੀ ਉਹ ਹੈ। ਐਸੀ ਕੋਈ ਥਾਂ ਨਹੀਂ ਜਿੱਥੇ ਮੇਰਾ ਪ੍ਰਭੂ ਨਹੀਂ ਬੈਠਾ ਹੋਇਆ। ਅਰਥ ਔਰ ਪਰਮਾਰਥ ਖਾਨੀ। ਅਰਥ ਤੇ ਪਰਮਾਰਥ ਦੋ ਚੀਜ਼ਾਂ ਦੀ ਖਾਣ, ਮਾਈਨ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ, ਜਿੱਥੋਂ ਹੀਰੇ ਨਿਕਲਦੇ ਨੇ ਜਾਂ ਸੋਨਾ ਨਿਕਲਦਾ, ਕੋਲਾ ਨਿਕਲਦਾ, ਉਹਨੂੰ ਕਹਿੰਦੇ ਮਾਈਨ। ਕਹਿੰਦੇ ਜਿਹੜੀ ਸਾਰੇ ਅਰਥ ਤੇ ਪਰਮਾਰਥ ਦੀ ਖਾਣ ਹੈ, ਮਾਈਨ ਹੈ, ਜਿਸ 'ਚੋਂ ਨਿਕਲੇਗਾ ਅਰਥ ਵੀ ਨਿਕਲੇਗਾ। ਅਰਥ ਕੀ ਹੁੰਦਾ? ਰੋਟੀ, ਕੱਪੜਾ, ਮਕਾਨ, ਇਹ ਅਰਥ ਹੈ। ਜਿਹੜੀਆਂ ਚੀਜ਼ਾਂ ਪੈਸੇ ਨਾਲ ਖਰੀਦੀਆਂ ਜਾਂਦੀਆਂ, ਅਰਥ ਹੈ। ਤੇ ਪਰਮਾਰਥ ਕੀ ਹੈ? ਆਤਮਾ ਦੀ ਖੁਰਾਕ। ਆਤਮਾ ਨੂੰ, ਕੋਈ ਸਰੀਰ ਨੂੰ ਰੋਟੀ ਚਾਹੀਦੀ, ਕੱਪੜਾ ਚਾਹੀਦਾ, ਮਕਾਨ ਚਾਹੀਦਾ, ਪਰ ਆਤਮਾ ਨੂੰ ਤਾਂ ਕੁਝ ਹੋਰ ਚਾਹੀਦਾ ਨਾ। ਆਤਮਾ ਨੂੰ ਜੋ ਚਾਹੀਦਾ ਉਹ ਵੀ ਮਿਲੇਗਾ, ਜੋ ਸਰੀਰ ਨੂੰ ਚਾਹੀਦਾ ਉਹ ਵੀ ਮਿਲੇਗਾ। ਮਾਇਨ ਇੱਕੋ ਲੱਭ ਲਓ, ਕਿਹੜੀ? ਵਾਹਿਗੁਰੂ, ਵਾਹਿਗੁਰੂ। ਸੋ ਖਾਲਸਾ ਜੀ, ਡੂੰਘੇ ਵਿਚਾਰ ਹਨ, ਅਜੇ ਗੱਲ ਮੁੱਕਣ 'ਚ ਨਹੀਂ ਆ ਰਹੀ। गुरु नानक की बात में बात, बात में बात, ज्यों मेहंदी के पात में पात, पात में पात। सो कदी गुरु कृपा करे कल नूं फिर सभा बणिया ते संगतां दे दर्शन करांगे। समय दे लिहाज नाल समाप्ति। हे गोबिंद, हे गोपाल, हे दयाल।